हाँ जी हाँ जी हाँ जी नमस्कार सर। नमस्कार जी। मेरी बुक लिखी है 4 नंबर चैप्टर की। है जी 4 नंबर चैप्टर लिखा है ਇਹਦੇ ਵਿੱਚ पेपर नंबर 4 लिखा है। हाँ जी हाँ पेपर नंबर 4 लैंड रेवेन्यू एक्ट 1887 ਦੇ ਵਿੱਚ ਹੈ ਜੀ। ओहो सॉरी पेपर नंबर 4 नहीं मैं पेपर नंबर 1 है। हाँ 1 है तो ਆਪਾਂ 4 की किताबां ले आए हैं। ओहो गलती हो गई ना। लैंड रेवेन्यू एक्ट पार्टीशन हाँ पंजाब लैंड रेवेन्यू एक्ट मैं 1 नंबर पेपर जाना पेपर नंबर 1 है सॉरी हाँ पेपर नंबर में तो गलत है ਇਹਦੇ ਵਿੱਚ नहीं चैप्टर नंबर 9 है जी। हाँ जी चैप्टर नंबर 9 पंजाब लैंड रेवेन्यू एक्ट मेरा मैसेज गलत हो गया शायद है ना। हाँ जी हाँ जी पेपर नंबर 1 है सॉरी प्लीज ਉੱਥੇ ਨਾ ਪੇਪਰ ਨੰਬਰ ਜਿੱਥੇ 4 ਹੈ ਨਾ ਉੱਥੇ 1 ਪੜਨਾ ਆਪਾਂ ਜਿਵੇਂ ਮੰਡੇ ਟਿਊਜ਼ਡੇ ਵੈਡਨਸਡੇ ਥਰਸਡੇ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਆਪਾਂ ਪੇਪਰ ਨੰਬਰ 1 ਪੜਨਾ ਹੁੰਦਾ ਹੈ। ਉਹ ਮੇਰੇ ਤੋਂ ਗਲਤ 4 ਨੰਬਰ ਗਲਤ ਲਿਖਿਆ ਗਿਆ। पेपर नंबर 1 चैप्टर नंबर 9 पार्टीशन पार्टीशन तो लिखा है उत्थे विच पेपर नंबर 4 गलत कोड हो गया। हाँ पेपर नंबर 1 पेपर नंबर 4 कदों पढ़ना है जी। पेपर नंबर 4 वही शुक्रवार शनिवार ते एतवार। ओके हाँ जी और 1 नंबर पेपर की अपनी किताबा लैंड रेवेन्यू एक्ट लेना जी बस कला लैंड रेवेन्यू एक्ट ले लो ते ਜਿਹਦੀ ਕੋਲ ਇਹ ਬੁੱਕ ਹੈਗੀ ਹੈ ਇਹ ਬੁੱਕ ਦਾ ਇਹ ਬੁੱਕ ਜੇ ਕਿਸੇ ਕੋਲ ਹੈਗੀ ਹੈ ਤਾਂ ਇਹਦਾ ਪੇਜ ਨੰਬਰ 171 ਵੀ ਨਾਲ ਖੋਲ ਕੇ ਰੱਖ ਲਓ ਆਪਣੇ ਪਾਸ। ਇਹਦਾ ਪੇਜ ਨੰਬਰ 171 ਖੋਲ ਲਓ ਜੀ ਤੇ लैंड रेवेन्यू एक्ट खोल लो। हाँ जी सर ये बुक मिलती नहीं मार्केट जलंधर तो Amazon ਤੋਂ ਮੰਗਾ ਲਓ Amazon ਤੋਂ ਮਿਲ ਜਾਂਦੀ ਹੈ। Amazon ਤੋਂ ਮੰਗਾ ਲਓ ਨਹੀਂ ਤੁਸੀਂ ਨਹੀਂ ਸੁਣੋ ਨਹੀਂ ਤੁਸੀਂ ਆਪਣਾ ਐਡਰੈਸ ਸੈਂਡ ਕਰ ਦਿਓ ਅਸੀਂ ਪਬਲਿਸ਼ਰ ਨੂੰ ਬੋਲ ਦਾਂਗੇ ਤੁਹਾਡੇ ਕੋਲ ਡਿਸਪੈਚ ਹੋ ਕੇ ਆ ਜਾਏਗੀ 2 ਦਿਨਾਂ ਦੇ ਵਿੱਚ ਹੀ। ठीक ਹਾਂ ਆਪਣਾ ਐਡਰੈਸ ਸੈਂਡ ਕਰ ਦਿਓ ਤੁਹਾਡੇ ਕੋਲ ਅਸੀਂ ਪਬਲਿਸ਼ਰ ਨੂੰ ਕਹਿ ਦਾਂਗੇ ਉੱਥੇ ਤੁਹਾਡੇ ਕੋਲੇ ਡਿਸਪੈਚ ਹੋ ਆ ਜਾਏਗੀ 2 ਦਿਨ ਚ। ਜਾਂ ਫਿਰ Amazon ਤੋਂ ਲੈ ਸਕਦੇ ਹੋ। ਇਹਦਾ ਪੇਜ ਨੰਬਰ ਜਿਹਨੂੰ ਚਾਹੀਦੇ ਨਾ ਸਰ ਦੇ ਪਰਸਨਲ ਨੰਬਰ ਤੇ ਲਿਖ ਕੇ ਭੇਜ ਦਿਓ। ਹਾਂ ਉੱਥੇ ਕਹਿ ਦਿੰਦੇ ਆਪਣਾ ਐਡਰੈਸ ਤੇ ਨਾਮ ਲਿਖ ਕੇ ਭੇਜ ਦਿਓ ਠੀਕ ਹੈ ਜੀ। ਅਸੀਂ ਉਹ ਨਾਲ ਸੈਂਡ ਕਰ ਦਿੰਦੇ ਉਹ ਇਮੀਡੀਏਟ ਉਸ ਸੇਮ ਡੇ ਤੁਹਾਨੂੰ ਉੱਥੋਂ ਡਿਸਪੈਚ ਹੋ ਜਾਂਦੀ ਹੈ। ਬਹੁਤ ਵਧੀਆ ਬੁੱਕ ਹੈ ਸਰ ਮੈਂ ਤਾਂ ਆਪ ਪੜ੍ਹੀ ਹੈ ਇਹਦੇ ਵਿੱਚ ਮੈਨੂੰ ਬੜਾ ਤਗੜਾ ਕਨਫਿਊਜ਼ਨ ਇੱਕ ਆ ਗਿਆ ਸੀ ਨਵੇਂ ਸ਼ਹਿਰ ਦੇ ਵਿੱਚ ਵਧੀਆ ਮਸਲਾ ਹੱਲ ਹੋ ਗਿਆ ਇਕੱਠੀ ਫੈਮਿਲੀ 1 ਕਰੋੜ ਕੇ ਮਰ ਗਈ ਸੀ। ਓਕੇ ਥੈਂਕ ਯੂ ਹਾਂ ਬਹੁਤ ਵਧੀਆ ਇਹ ਬੁੱਕ ਨੇ ਬਹੁਤ ਹੈਲਪ ਕੀਤੀ ਮੇਰੀ ਤਾਂ। ਹਾਂ ਚਲੋ ਅੱਛੀ ਗੱਲ ਹੈ ਕਿਸੇ ਦੇ ਕੰਮ ਤਾਂ ਆਈ ਨਾ ਹੈ ਜੀ ਅੱਛੀ ਗੱਲ ਹੈ। ਸਾਨੂੰ ਵੀ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਦੀ ਕੋਈ ਪ੍ਰੋਬਲਮ ਹੱਲ ਹੁੰਦੀ ਹੈ ਸਾਨੂੰ ਐਂ ਹੁੰਦਾ ਕਿ ਸਾਡੀ ਜਿਹੜੀ ਮਿਹਨਤ ਹੈ ਉਹ ਕਿਸੇ ਦੇ ਕੰਮ ਤਾਂ ਆਉਂਦੀ ਹੈ ਜੀ। ਵਾਰਸਾਂ ਦਾ ਬਹੁਤ ਵਧੀਆ ਸਰ ਇਹਦੇ ਵਿੱਚ ਦੱਸਿਆ ਜਿਹੜਾ ਵਾਰਸਨਾਮਾ ਬਣਾਉਣਾ ਨਾ ਫਸਟ ਕਲਾਸ ਸੈਕੰਡ ਕਲਾਸ ਉਹਦੀਆਂ ਕਹਾਂ ਇਹ ਚ ਸਕਸੈਸ਼ਨ ਐਕਟ ਜਿਹੜਾ ਹੈਗਾ ਕਾਫੀ ਡਿਟੇਲ ਚ ਦਿੱਤਾ ਹੈ। ਸਕਸੈਸ਼ਨ ਐਕਟ ਜਿਹੜਾ ਆਪਾਂ ਹੋਰ ਬੁੱਕਸ ਦੇ ਵਿੱਚ ਬੜਾ ਥੋੜਾ ਜਿਹਾ ਮੁਸ਼ਕਲ ਮਿਲਦਾ ਹੈ। ਇਹ 7-8 ਬੁੱਕਸ ਨੂੰ ਕੰਸਲਟ ਕਰਕੇ ਜਿਹੜੀ ਹੈਗੀ ਹੈ ਲਿਖੀ ਗਈ ਹੈ। ਇਹਦੇ ਵਿੱਚ ਜਿਹੜਾ ਸਕਸੈਸ਼ਨ ਐਕਟ ਹੈਗਾ ਸਕਸੈਸ਼ਨ ਐਕਟ ਜਿਹਦੀ ਆਮ ਤੌਰ ਤੇ ਆਪਾਂ ਨੂੰ ਲੋੜ ਪੈਂਦੀ ਹੈ ਕਨਫਿਊਜ਼ਨ ਰਹਿੰਦੀ ਹੈ ਆਪਣੇ ਡਿਪਾਰਟਮੈਂਟ ਕਨਫਿਊਜ਼ਨ ਰਹਿੰਦੇ ਵੀ ਕੌਣ ਕਿਹਦਾ ਵਾਰਸ ਬਣੇਗਾ ਉਹ ਇਹਦੇ ਵਿੱਚ ਕਾਫੀ ਮਸਲਾ ਹੱਲ ਹੋਇਆ। ਲੈਂਗੁਏਜ ਬਹੁਤ ਸਿੰਪਲ ਆ ਥੋੜੀ ਜਿਹੀ ਲੈਂਗੁਏਜ ਸਿੰਪਲ ਦੇਖੋ ਜੀ ਏਦਾਂ ਅਸੀਂ ਆਪ ਪਿੰਡਾਂ ਦੇ ਰਹਿਣ ਵਾਲੇ ਆ ਤੇ ਇਹ ਪੰਜਾਬੀ ਭਾਸ਼ਾ ਤੱਕ ਹਰ ਕਿਸੇ ਸਮਝ ਆਵੇ ਆਮ ਬੋਲ ਚਾਲ ਦੀ ਭਾਸ਼ਾ ਤੱਕ ਹਰ ਕਿਸੇ ਸਮਝ ਆਵੇ ਠੀਕ ਹੈ ਜੀ। ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਆਪਣਾ ਮਾਈਕ ਪਲੀਜ਼ ਬੰਦ ਕਰ ਲਿਓ ਸਰ ਮਾਈਕ ਸਾਰਿਆਂ ਦਾ ਬੰਦ ਕਰਾਓ ਜੀ ਪਲੀਜ਼। ਹਾਂ ਮਾਈਕ ਪਲੀਜ਼ ਬੰਦ ਕਰ ਦਿਓ ਨਹੀਂ ਤਾਂ ਫਿਰ ਮੇਰੇ ਕੋਲੇ ਮਿਊਟ ਦੀ ਆਪਸ਼ਨ ਹੈਗੀ ਹੈ ਮੈਂ ਕਰ ਦਾਂਗਾ। ਤੁਸੀਂ ਕਰ ਦਿਓ ਸਰ ਤੁਸੀਂ ਜਿੰਨਾ ਚਿਰ ਬਣਾਉਣਾ ਉਹਨਾਂ ਚਿਰ ਕਰ ਦਿਓ ਬਾਅਦ ਚ ਜਿਹੜੇ ਕੁਐਸਚਨ ਕਰਨੇ ਹੋ ਕੋਈ ਬਾਅਦ ਕਰ ਲਾਂਗੇ ਤੁਸੀਂ ਆਪਣੇ ਵੱਲੋਂ ਕਰ ਦਿਓ। ਮਿਊਟ ਕਰ ਦਿਓ ਸਾਰੇ ਕਈ ਵਾਰੀ ਕਈਆਂ ਨੂੰ ਸਾਥੀਆਂ ਨੂੰ ਨਹੀਂ ਪਤਾ ਲੱਗਦਾ ਕਿਵੇਂ ਬੰਦ ਕਰਨਾ ਨਾ ਇਦਾਂ ਦੀ ਕਈ ਵਾਰੀ ਐਸੇ ਸਥਿਤੀਆਂ ਤੋਂ ਨਹੀਂ ਹੁੰਦਾ ਠੀਕ ਹੈ। ਇੱਕ ਨੰਬਰ ਦੇ ਆ 4 ਨੰਬਰ ਪੇਪਰ ਪਾ ਦੋਨੇ ਵਿੱਚ ਆਪਾਂ ਡਿਸਕਸ ਕਰ ਰਹੇ ਸੀ ਜੀ ਪਾਰਟੀਸ਼ਨ ਪ੍ਰੋਸੀਡਿੰਗ ਕਿਵੇਂ ਚੱਲਦੀਆਂ ਨੇ ਪੰਜਾਬ ਲੈਂਡ ਰੈਵਨਿਊ ਐਕਟ
ਪੰਜਾਬ ਲੈਂਡ ਰੈਵਨਿਊ ਐਕਟ 1887 ਇਹ 87 ਦੇ ਵਿੱਚ ਹੋਂਦ ਵਿੱਚ ਆਇਆ ਸੀਗਾ ਐਕਟ। ਆਪਾਂ ਪਹਿਲਾਂ ਡਿਟੇਲ ਪੜ੍ਹ ਚੁੱਕੇ ਹਾਂ ਤੇ ਅੱਜ ਆਪਾਂ ਚੈਪਟਰ ਪੜ੍ਹ ਰਹੇ ਸੀ ਜਿਹੜਾ ਲਾਸਟ ਟਾਈਮ ਆਪਾਂ ਛੱਡਿਆ ਸੀਗਾ ਵੀਰਵਾਰ ਨੂੰ, ਉਹ ਛੱਡਿਆ ਸੀ ਪਾਰਟੀਸ਼ਨ। ਪਾਰਟੀਸ਼ਨ 2-3 ਸੈਕਸ਼ਨ ਅਸੀਂ ਪੜ੍ਹੀਆਂ ਸੀਗੀਆਂ, ਮੈਂ ਉੱਥੋਂ ਦੁਬਾਰਾ ਸ਼ੁਰੂ ਕਰਾਂਗਾ ਤਾਂ ਕਿ ਸਾਡੀ ਰਿਵੀਜ਼ਨ ਹੁੰਦੀ ਰਹੇ ਨਾਲ ਨਾਲ। ਪਾਰਟੀਸ਼ਨ ਸੈਕਸ਼ਨਸ ਜਿਹੜਾ ਸੀਗਾ ਜੀ ਇਹ ਚੈਪਟਰ 9 ਹੈ, ਪਾਰਟੀਸ਼ਨ ਸੈਕਸ਼ਨ 110 ਤੋਂ ਸਟਾਰਟ ਹੁੰਦਾ ਹੈ। ਆਪਾਂ ਡਿਸਕਸ ਕਰਾਂਗੇ ਸੈਕਸ਼ਨ 110 ਦੇ ਸੰਬੰਧ ਵਿੱਚ। ਸੈਕਸ਼ਨ 110 ਕੀ ਹੈ ਜੀ? ਇਫੈਕਟ ਆਫ ਦਾ ਪਾਰਟੀਸ਼ਨ। ਜੇ ਕਿਸੇ ਜ਼ਮੀਨ ਦੀ ਪਾਰਟੀਸ਼ਨ ਹੁੰਦੀ ਹੈ ਤਾਂ ਉਹਦਾ ਕੀ ਪ੍ਰਭਾਵ ਪੈਂਦਾ ਜੁਆਇੰਟ ਲਾਇਬਿਲਿਟੀ ਦੇ ਉੱਪਰ, ਜੁਆਇੰਟ ਖੇਵੜ ਦੇ ਉੱਪਰ, ਜੁਆਇੰਟ ਮਾਲਕਾਂ ਦੇ ਉੱਪਰ, ਜੁਆਇੰਟ ਟੈਨੈਂਟਸ ਦੇ ਉੱਪਰ ਕੀ ਪ੍ਰਭਾਵ ਪੈਂਦਾ ਹੈ, ਕਿ ਉਹਦੇ ਜਿਹੜੇ ਮਾਮਲੇ ਨੇ ਲੈਂਡ ਰੈਵਨਿਊ ਹੈ ਉਹਦੇ ਤੇ ਕੀ ਅਸਰ ਪੈਂਦਾ ਹੈ। ਜਿਹੜਾ ਮਾਮਲਾ ਮਾਲਕਾਂ ਨੇ ਦੇਣਾ ਹੁੰਦਾ ਹੈ ਸਰਕਾਰ ਨੂੰ, ਤੇ ਜਿਹੜੇ ਟੈਨੈਂਟਸ ਨੇ ਜੇ ਉਹਨਾਂ ਦੀ ਪਾਰਟੀਸ਼ਨ ਹੁੰਦੀ ਹੈ ਤਾਂ ਉਹਨਾਂ ਦਾ ਜਿਹੜਾ ਰੈਂਟ ਹੁੰਦਾ ਹੈ ਜਿਹੜਾ ਕਿ ਉਹਨਾਂ ਨੇ ਮਾਲਕ ਨੂੰ ਦੇਣਾ ਹੁੰਦਾ ਹੈ ਤਾਂ ਉਹਦੇ ਤੇ ਕੀ ਪ੍ਰਭਾਵ ਪੈਂਦਾ ਹੈ। ਇਹਦੇ ਵਿੱਚ ਸੈਕਸ਼ਨ 110 ਦੇ ਵਿੱਚ ਕਲੀਅਰ ਕੀਤਾ ਗਿਆ ਕਿ ਤੁਸੀਂ ਤਾਂ ਪਾਰਟੀਸ਼ਨ ਹੋ ਗਈ ਜੀ, ਮੈਂ ਹੁਣ ਕੀ ਮੈਂ ਤੁਹਾਨੂੰ ਮਾਮਲਾ ਅਦਾ ਕਰਾਂ ਜਾਂ ਕੋਈ ਮਾਲਕ ਕਹੇ ਜਾਂ ਕੋਈ ਟੈਨੈਂਟ ਕਹੇ ਮੈਂ ਕਿਵੇਂ ਹੁਣ ਰੈਂਟ ਦੇਵਾਂ ਤੁਹਾਨੂੰ, ਤੁਹਾਡੇ ਤਾਂ ਪਾਰਟੀਸ਼ਨ ਹੋ ਚੁੱਕੀ ਹੈ, ਠੀਕ ਹੈ। ਉਹਦੇ ਤੇ ਇਫੈਕਟ ਕੀ ਪੈਂਦਾ ਹੈਗਾ ਪਾਰਟੀਸ਼ਨ ਦਾ। ਇਹ ਦੋ ਗੱਲਾਂ ਇਸ ਪੁਆਇੰਟ ਦੱਸੀਆਂ ਨੇ। ਨੰਬਰ 1 ਦੇ ਵਿੱਚ ਦੱਸਿਆ ਹੈਗਾ no effect on the liability of paying the land revenue। ਜਿਹੜਾ ਵੀ ਕੋਈ ਮਾਲਕ ਪਾਰਟੀਸ਼ਨ, ਜਿਹੜਾ ਵੀ ਕੋਈ ਮਾਲਕ ਕੋ ਸ਼ੇਅਰ ਹੋਲਡਰ, ਕੋ ਓਨਰ ਸ਼ੇਅਰ ਹੋਲਡਰ ਕਿਸੇ ਖੇਵੜ ਦੇ ਵਿੱਚ ਕੋਈ ਮਾਲਕ ਹੈਗਾ ਜਿਹੜਾ ਵੀ ਸਰਕਾਰ ਨੂੰ ਮਾਮਲਾ ਅਦਾ ਕਰਦਾ ਹੈ, ਜੇ ਉਸ ਜ਼ਮੀਨ ਦੀ ਪਾਰਟੀਸ਼ਨ ਹੋ ਜਾਂਦੀ ਹੈ। ਦੇਖੋ ਇੱਕ ਖੇਵੜ ਹੈ, ਉਹਦੇ 4 ਮਾਲਕ ਨੇ, 4 ਭਾਈ ਨੇ। ਜਦੋਂ ਉਹਨਾਂ ਨੇ ਮਾਮਲਾ ਅਦਾ ਕਰਨਾ, ਚਾਰਾਂ ਨੇ ਇਕੱਠੇ ਕਰਕੇ ਸਰਕਾਰ ਨੂੰ ਨੰਬਰਦਾਰ ਨੂੰ ਜਾ ਕੇ ਮਾਮਲਾ ਦੇ ਆਣਾ। ਮੰਨ ਲਓ 100 ਰੁਪਏ ਹੈਗਾ ਮਾਮਲਾ, ਚਾਰੇ ਭਾਈਆਂ ਦੀ ਖੇਵੜ ਇਕੱਠੀ ਹੈ, ਚਾਰੇ ਭਾਈ 25-25 ਰੁਪਏ ਇਕੱਠਾ ਕਰਨਗੇ ਤੇ ਜਾ ਕੇ ਨੰਬਰਦਾਰ ਨੂੰ ਦੇਣਗੇ, ਠੀਕ ਹੈ ਜੀ। ਇਹਦਾ ਮਤਲਬ ਕੀ ਹੋਇਆ, ਇੱਕ ਬੰਦੇ ਦੇ ਸ਼ੇਅਰ ਵਿੱਚ 25 ਰੁਪਏ ਆਏ। ਹੁਣ ਜੇ ਖੇਵੜ ਦੀ ਪਾਰਟੀਸ਼ਨ ਹੋ ਜਾਂਦੀ ਹੈ, ਮੈਂ ਥੋੜਾ ਬਿਲਕੁਲ ਸਿੰਪਲੀਫਾਈ ਕਰਕੇ ਦੱਸਦਾ ਤਾਂ ਕਿ ਇਹਦੀ ਸੈਕਸ਼ਨ 110 ਸਮਝ ਨਹੀਂ ਆਉਂਦਾ ਬੰਦਿਆਂ ਨੂੰ। ਜਦੋਂ ਪੜ੍ਹਦੇ ਆਪਾਂ ਇੰਗਲਿਸ਼ ਦੇ ਵਿੱਚ ਕੀ ਹੈ, ਕੀ ਕਹਿੰਦਾ, ਕੀ ਕਹਿਣਾ ਚਾਹੁੰਦਾ ਹੈ। ਜਦੋਂ ਜ਼ਮੀਨ ਦੀ ਪਾਰਟੀਸ਼ਨ ਹੋ ਜਾਂਦੀ ਹੈ ਤਾਂ ਉਹਦੇ ਲਾਇਬਿਲਿਟੀ ਆਫ ਪੇਇੰਗ ਦਾ ਲੈਂਡ ਰੈਵਨਿਊ, ਉਹਦੀ ਜੋ ਜ਼ਿੰਮੇਵਾਰੀ ਹੈ ਸਰਕਾਰ ਨੂੰ ਮਾਮਲਾ ਅਦਾ ਕਰਨ ਦੀ, ਉਹਦੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਉਹਨੂੰ ਉਨੇ ਪੈਸੇ ਫੇਰ ਦੇਣੇ ਪੈਣਗੇ। ਜਿਵੇਂ ਕਿ ਆਪਾਂ ਅਸੀਂ ਤਕਸੀਮ ਦੀ ਖੇਵੜ, ਜਦੋਂ ਕੋਈ ਅਸੀਂ ਤਕਸੀਮ ਦੀ ਜਿਹੜੀ ਖੇਵੜ ਹੈ ਉਹਦਾ ਇੰਤਕਾਲ ਕਰਦੇ ਹਾਂ ਤਾਂ ਜੇ ਖੇਵੜ ਦਾ ਮਾਮਲਾ 100 ਰੁਪਏ ਹੈਗਾ, 4 ਭਾਈਆਂ ਦੀ ਖੇਵੜ ਹੈ, ਅਸੀਂ 25-25 ਰੁਪਏ ਮਾਮਲਾ ਉਹਨਾਂ ਦੀ ਖੇਵੜ ਦੇ ਵੰਡ ਦਿੰਦੇ ਹਾਂ। ਕਹਿਣ ਦਾ ਭਾਵ ਇਹ ਹੈ ਵੀ ਮਾਮਲਾ ਤਾਂ ਉਹਨਾਂ ਨੂੰ ਦੇਣਾ ਹੀ ਪਏਗਾ। there is no effect on the liability of the paying the land revenue to the landowners who seeks the partition। ਜੋ ਵੀ ਕੋਈ ਮਾਲਕ ਪਾਰਟੀਸ਼ਨ ਕਰਵਾਉਂਦਾ ਹੈ ਉਹਦੀ ਲਾਇਬਿਲਿਟੀ ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਦੂਜਾ ਪੁਆਇੰਟ ਕੀ ਹੈ, ਸਬਸੈਕਸ਼ਨ 2 ਪਾਰਟੀਸ਼ਨ ਆਫ ਟੈਨੈਂਸੀ not effect to pay the rent। ਦੂਜਾ ਸਬਸੈਕਸ਼ਨ ਹੈਗਾ ਰੈਂਟ ਦੇ ਨਾਲ ਸੰਬੰਧਿਤ ਹੈ। ਰੈਂਟ ਦੇ ਨਾਲ ਟੈਨੈਂਸੀ ਦੀ ਕੋਈ ਪਾਰਟੀਸ਼ਨ ਕਰਵਾਉਂਦਾ ਹੈ ਤਾਂ ਉਹ ਰੈਂਟ ਅਦਾ ਕਰਦਾ ਹੈ। ਮੰਨ ਲਓ 4 ਭਰਾ ਨੇ, ਉਹਨਾਂ ਕੋਲੇ ਕਿਸੇ ਲੈਂਡ ਓਨਰ ਦੀ ਮਾਲਕੀ ਹੈਗੀ ਹੈ, ਉਹ ਟੈਨੈਂਸੀ ਹੈਗੀ ਆ, ਉਹ ਰੈਂਟ ਅਦਾ ਕਰਦੇ ਨੇ 4 ਭਰਾ। ਜੇ ਉਹਨਾਂ ਦੀ ਟੈਨੈਂਸੀ ਦੀ ਪਾਰਟੀਸ਼ਨ ਹੋ ਜਾਂਦੀ ਹੈ ਤਾਂ ਰੈਂਟ ਦਾ ਮਾਲਕ ਨੂੰ ਉਨਾ ਹੀ ਅਦਾ ਕਰਨਾ ਪਏਗਾ। ਪਹਿਲਾਂ ਉਹ ਇਕੱਠੇ ਕਰਕੇ ਜੋੜ ਕੇ ਮਾਲਕ ਨੂੰ ਦਿੰਦੇ ਸੀ, ਹੁਣ ਇਕੱਲਾ ਦੇ ਦੇਗਾ ਪਾਰਟੀਸ਼ਨ ਹੋਈ ਜਦੋਂ, ਠੀਕ ਹੈ ਜੀ। ਇਸ ਕਰਕੇ ਜਿਹੜਾ ਇਹ ਵਾਲਾ ਸੈਕਸ਼ਨ ਹੈਗਾ ਸੈਕਸ਼ਨ 110, ਇਹ 'ਚ ਹੋਰ ਕੁਝ ਨਹੀਂ ਹੈਗਾ, ਇੰਨਾ ਹੀ ਹੈਗਾ ਵੀ ਕੋਈ ਇਫੈਕਟ ਨਹੀਂ ਪੈਂਦਾ ਪਾਰਟੀਸ਼ਨ ਦਾ, ਨਾ ਮਾਲਕਾਂ ਦੇ ਪਵੇ ਨਾ ਟੈਨੈਂਟਸ ਦੇ। ਨੈਕਸਟ ਆ ਗਿਆ ਜੀ ਸੈਕਸ਼ਨ 111 ਐਪਲੀਕੇਸ਼ਨ ਆਫ ਪਾਰਟੀਸ਼ਨ। ਪਾਰਟੀਸ਼ਨ ਦੀ ਅਰਜ਼ੀ ਕੌਣ ਦੇ ਸਕਦਾ ਹੈ? ਜਿਹਦੀ ਤਾਂ ਖੇਵੜ ਲੱਗ ਹੋਈ ਵੀ ਹੈ ਉਹ ਤਾਂ ਗੱਲ ਖਤਮ ਹੋ ਗਈ, ਹੁਣ ਤਾਂ ਪਾਰਟੀਸ਼ਨ ਦੀ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ। ਮਤਲਬ ਜੁਆਇੰਟ ਓਨਰ ਉਹ ਸ਼ੇਅਰ ਹਿੱਸੇਦਾਰ, ਪੰਜਾਬੀ 'ਚ ਗੱਲ ਕਰੀਏ ਕੋਈ ਵੀ ਜ਼ਮੀਨ ਦਾ ਖੇਵੜ ਦਾ ਹਿੱਸੇਦਾਰ ਹੈ ਜਿਹੜਾ, ਉਹ ਆਪਣੀ ਜ਼ਮੀਨ ਨੂੰ ਪਾਰਟੀਸ਼ਨ ਕਰਾਉਣ ਦੇ ਲਈ ਅਰਜ਼ੀ ਦੇ ਸਕਦਾ ਹੈ। ਦੇਖੋ ਅਰਜ਼ੀ ਦੇਣ ਦੀ ਸਿਵਲ ਕੋਰਟ, ਆਪਣੇ ਰੈਵਨਿਊ ਕੋਰਟ 'ਚ ਅਰਜ਼ੀ ਦੇਣ ਦੀ ਕਿਉਂ ਲੋੜ ਪੈਂਦੀ ਹੈ? ਅੱਜ ਕੱਲ੍ਹ ਜ਼ਿਆਦਾਤਰ ਤਾਂ ਜਿਹੜੀਆਂ ਪਾਰਟੀਸ਼ਨ ਹੁੰਦੀਆਂ ਨੇ ਉਹ ਖਾਨਗੀ ਤਕਸੀਮਾਂ ਹੁੰਦੀਆਂ ਨੇ। ਖਾਨਗੀ ਤਕਸੀਮਾਂ 'ਚ ਕੀ ਹੈ, ਜਿੰਨੇ ਮਾਲਕ ਹੁੰਦੇ ਨੇ, ਸ਼ੇਅਰ ਹੋਲਡਰ ਹੁੰਦੇ, ਇਕੱਠੇ ਹੋ ਕੇ ਐਗਰੀਮੈਂਟ ਟੂ ਪਾਰਟੀਸ਼ਨ ਕਰ ਲੈਂਦੇ ਆ, ਠੀਕ ਹੈ ਜੀ। ਉਹ ਐਗਰੀਮੈਂਟ ਪਾਰਟੀਸ਼ਨ ਦਾ ਕਰਕੇ ਪਟਵਾਰੀ ਹਲਕਾ ਕੋਲ ਦਰਜ ਕਰਵਾ ਕੇ ਕਾਨੂੰਗੋ ਹਲਕਾ ਦੇ ਰਾਹੀਂ ਰੈਵਨਿਊ ਆਫਿਸਰ ਕੋਲ ਆ ਜਾਂਦਾ। ਰੈਵਨਿਊ ਆਫਿਸਰ ਨੂੰ ਪਾਰਟੀਆਂ ਦੀ ਸੁਣ ਕੇ ਤਕਸੀਮ ਕਰ ਦਿੰਦਾ। ਪਰ ਜਿੱਥੇ ਕਿਤੇ ਪਾਰਟੀਆਂ ਸਹਿਮਤ ਨਾ ਹੋਣ, ਮੇਬੀ ਇੱਕ ਪਾਰਟੀ ਸਹਿਮਤ ਨਾ ਹੋਵੇ, ਪੂਰੀ ਖੇਵੜ ਦੀ ਤਕਸੀਮ ਕਰਾਣੀ ਮੁਸ਼ਕਲ ਹੈ ਸਹਿਮਤੀ ਦੇ ਨਾਲ, ਠੀਕ ਹੈ। ਜਿੱਥੇ ਕਿਤੇ ਇੱਕ ਵੀ ਪਾਰਟੀ ਕਿਸੇ ਖੇਵੜ ਦਾ ਹਿੱਸੇਦਾਰ ਕੰਸੈਂਟ ਨਾ ਦਿੰਦਾ ਹੋਵੇ ਤਕਸੀਮ ਕਰਾਉਣ ਦੇ ਲਈ,
ਤਾਂ ਪਾਰਟੀਸ਼ਨ ਦਾ ਦੂਜਾ ਵਿਕਲਪ ਇਹ ਹੈਗਾ ਕਿ ਕੋਈ ਵੀ ਸ਼ੇਅਰ ਹੋਲਡਰ ਇੱਕ ਜਾਂ ਇਕੱਠੇ ਹੋ ਕੇ ਰੈਵਨਿਊ ਆਫਿਸਰ ਦੀ ਜਿਹੜੀ ਕੋਰਟ ਹੈਗੀ ਆ ਉਹਦੇ ਵਿੱਚ ਐਪਲੀਕੇਸ਼ਨ ਪਾਰਟੀਸ਼ਨ ਦੇ ਲਈ ਫਾਈਲ ਕਰ ਸਕਦੇ ਨੇ। ਠੀਕ ਹੈ ਜੀ। ਹੋਰ ਕੌਣ ਕਰ ਸਕਦਾ ਹੈ? ਜੁਆਇੰਟ ਟੇਨੈਂਟ ਆਫ ਦਾ ਆਕੂਪੈਂਸੀ ਟੇਨੈਂਟਸ, ਜਿਨਕੇ ਇੱਕ ਤਾਂ ਮਾਲਕ, ਦੂਜਾ ਟੈਨੈਂਸੀ ਦੀ ਗੱਲ ਕੀਤੀ ਹੈ ਇੱਥੇ। ਟੈਨੈਂਸੀ ਕਿਹੜੀ? ਜੁਆਇੰਟ ਟੇਨੈਂਟਸ ਹੈਵਿੰਗ ਦਾ ਰਾਈਟ ਆਫ ਆਕੂਪੈਂਸੀ। ਆਕੂਪੈਂਸੀ ਮਤਲਬ ਜਿਹਦੇ ਕੋਲੇ ਪ੍ਰੋਪਰਾਈਟਰੀ ਦੇ ਮਾਲਕੀ ਦੇ ਹੱਕ ਹੋਣ। ਜਿਹੜੇ ਟੇਨੈਂਟਸ ਕੋਲੇ ਆਕੂਪੈਂਸੀ ਟੇਨੈਂਸੀ ਐਕਟ ਦੇ ਅਧੀਨ ਮਾਲਕੀ ਦੇ ਹੱਕ ਪ੍ਰਾਪਤ ਹੋ ਗਏ ਹੋਣ, ਉਹ ਜਿਹੜੇ ਟੇਨੈਂਟ ਨੇ ਉਹ ਵੀ ਆਪਣੇ ਆਪ ਨੂੰ ਮਾਲਕ ਸਮਝਦੇ ਹੋਏ ਆਪਣੀ ਟੈਨੈਂਸੀ ਦੀ ਪਾਰਟੀਸ਼ਨ ਕਰਾਉਣ ਦੇ ਲਈ ਅਰਜ਼ੀ ਦੇ ਸਕਦੇ ਨੇ। ਠੀਕ ਹੈ ਜੀ। ਇਹਦੇ ਫਿਰ ਅੱਗੇ 3 ਕਲੌਜ਼ ਦਿੱਤੀਆਂ ਨੇ। ਕਲੌਜ਼ A ਹੈ, ਕਲੌਜ਼ B ਹੈ, ਕਲੌਜ਼ C ਹੈ। ਕਲੌਜ਼ A 'ਚ ਕੀ ਕਿਹਾ ਹੈ? ਡੇਟ ਆਫ ਐਪਲੀਕੇਸ਼ਨ ਸ਼ੇਅਰ ਰਿਕਾਰਡਰ, ਜਮ੍ਹਾਂਬੰਦੀ ਦੇ ਵਿੱਚ ਜਦੋਂ ਕੋਈ ਬੰਦਾ ਅਰਜ਼ੀ ਦਿੰਦਾ ਹੈ ਤਾਂ ਜਿਹੜਾ ਉਹਦਾ ਨਾਮ ਹੈ ਉਹ ਜਮ੍ਹਾਂਬੰਦੀ ਦੀ ਕਿਸੇ ਵੀ ਖੇਵੜ ਦੇ ਜਿਹਦੀ ਉਹ ਪਾਰਟੀਸ਼ਨ ਕਰਨੀ ਚਾਹੁੰਦਾ ਉਸ ਖੇਵੜ ਦੇ ਉਹਦਾ ਨਾਮ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਜਮ੍ਹਾਂਬੰਦੀ ਦੀ ਫਰਦ ਨਾਲ ਲਾ ਕੇ ਹੀ ਅਰਜ਼ੀ ਐਪਲੀਕੇਸ਼ਨ ਤਕਸੀਮ ਦੀ ਦਿੱਤੀ ਜਾ ਸਕਦੀ ਹੈ। ਠੀਕ ਹੈ ਜੀ। ਦੂਸਰਾ ਪੁਆਇੰਟ ਕੀ ਹੈ? ਰਾਈਟ ਇਸਟੈਬਲਿਸ਼ ਬਾਈ ਡਿਕਰੀ। ਕੋਈ ਡਿਗਰੀ ਪਾਸ ਹੋਈ ਹੋਵੇ ਕੋਰਟ ਦੇ ਵੱਲੋਂ, ਪਰ ਉਹ ਡਿਗਰੀ ਇਸ ਵੇਲੇ ਵਜੂਦ ਵਿੱਚ ਹੋਵੇ, ਡਿਗਰੀ ਵਜੂਦ ਰੱਦ ਨਾ ਹੋਈ ਹੋਵੇ, ਨਲ ਐਂਡ ਵॉइड ਡਿਕਲੇਅਰ ਨਾ ਕੀਤੀ ਗਈ ਹੋਵੇ, ਡਿਗਰੀ ਵਜੂਦ ਦੇ ਵਿੱਚ ਹੋਵੇ, ਉਹ ਮਾਲਕ ਵੀ ਜਿਹੜਾ ਡਿਗਰੀ ਰਾਹੀਂ ਮਾਲਕ ਬਣਿਆ ਹੋਵੇ ਉਹ ਵੀ ਐਪਲੀਕੇਸ਼ਨ ਪਾਰਟੀਸ਼ਨ ਦੇ ਸਕਦਾ ਹੈਗਾ। ਤੀਸਰਾ ਪੁਆਇੰਟ ਕੀ ਹੈ? ਜੇ ਕਿਸੇ ਪਾਸ ਕੋਈ ਡਿਗਰੀ ਇਦਾਂ ਦੀ ਹੈਗੀ ਹੈ ਤਾਂ ਉਹ ਡਿਗਰੀ ਕੰਟੈਸਟ ਵੀ ਹੋਈ ਹੋਵੇ, ਉਹਦੇ ਜਿਹੜੇ ਇੰਟਰਸਟਡ ਪਾਰਟੀਆਂ ਹੈਗੀਆਂ ਨੇ ਉਸ ਖੇਵੜ ਦੇ ਸ਼ੇਅਰ ਹੋਲਡਰ, ਉਹਨਾਂ ਨੂੰ ਵੀ ਧਿਆਨ ਦੇ ਵਿੱਚ ਪਤਾ ਹੋਵੇ ਇਸ ਗੱਲ ਦਾ ਵੀ ਹਾਂ ਇਹ ਕੇਸ ਅਸੀਂ ਹਾਰੇ ਹਾਂ। ਠੀਕ ਹੈ। ਤਦੀ ਹੀ ਇਹ ਐਪਲੀਕੇਸ਼ਨ ਦਿੱਤੀ ਜਾ ਸਕਦੀ ਹੈ ਪਾਰਟੀਸ਼ਨ ਦੇ ਵਿੱਚ ਡਿਗਰੀ ਦੇ ਅਗੇਂਸਟ। ਡਿਗਰੀ ਵਾਲਾ ਜਿਹੜਾ ਮਾਲਕ ਹੈ ਸ਼ੇਅਰ ਹੋਲਡਰ ਬਣਿਆ ਹੈਗਾ। ਸੈਕਸ਼ਨ 111 ਤੋਂ ਬਾਅਦ ਸੈਕਸ਼ਨ 112 ਸੈਕਸ਼ਨ ਜਿਹੜਾ ਬਹੁਤ ਇੰਪੋਰਟੈਂਟ ਹੈ ਜੀ। ਇਹਦੇ ਵਿੱਚ ਕਿਹਾ ਰਿਸਟ੍ਰਿਕਸ਼ਨਸ ਐਂਡ ਲਿਮਿਟੇਸ਼ਨਸ ਔਨ ਪਾਰਟੀਸ਼ਨ। ਕਿਹੜੀ ਜ਼ਮੀਨ ਦੇ ਉੱਪਰ ਜਿਹੜੀ ਆ ਪਾਰਟੀਸ਼ਨ ਨਹੀਂ ਕਰਾਈ ਜਾ ਸਕਦੀ, ਕੀ ਰਿਸਟ੍ਰਿਕਸ਼ਨਸ ਹੈਗੀਆਂ ਨੇ। ਸੈਕਸ਼ਨ 112 ਦੀ ਹੈਗੀ ਹੈ ਜੀ ਪਾਰਟ 1 ਸਬਸੈਕਸ਼ਨ 1 ਪਲੇਸਿਸ ਆਫ ਵਰਸ਼ਿਪ। ਜਿਹਨੇ ਪੂਜਾ ਦੇ ਸਥਾਨ ਖੇਤ ਵਿੱਚ ਬਣੇ ਹੋਏ ਹੋਣਗੇ, ਕਈ ਲੋਕੀ ਦੇਖਿਆ ਆਪਣੇ ਖੇਤਾਂ ਦੇ ਵਿੱਚ ਕੋਈ ਨਾ ਕੋਈ ਧਾਰਮਿਕ ਸਥਾਨ ਬਣਾ ਲੈਂਦੇ ਆ। ਕਈ ਜਗ੍ਹਾ ਤੇ ਕੋਈ ਪੀਰ ਦੀ ਸਮਾਧ ਬਣੀ ਹੁੰਦੀ ਹੈ, ਕਿਤੇ ਕੋਈ ਮਾਤਾ ਰਾਣੀਆਂ ਬਣੀਆਂ ਹੁੰਦੀਆਂ ਖੇਤਾਂ ਦੇ ਵਿੱਚ, ਕਿਤੇ ਕੋਈ ਹੋਰ ਧਾਰਮਿਕ ਪੂਜਾ ਦਾ ਸਥਾਨ ਬਣਿਆ ਹੋਇਆ ਹੁੰਦਾ। ਪਲੇਸਿਸ ਆਫ ਵਰਸ਼ਿਪ, places of worship and burial grounds held in common before partition shall continue to be held after partition। मतलब कि ऐदां दे जिहड़े स्थान ने किसी सांझे मालकां दी उन्हां दे बजुर्गां ने बनाए होए हुंदे आ, ये कह लईए खेत दे विच चाहे कोई पूजा का स्थान है, चाहे कोई बरियल ग्राउंड बनाया हुआ, यानी कि दब्बन का स्थान है मुर्दे वगैरह नूं। ਇਹ ਜਿਹੜੇ ਸਥਾਨ ਨੇ ਪਾਰਟੀਸ਼ਨ ਦੇ ਹੋਣ ਤੋਂ ਉਪਰੰਤ ਇਹ ਸਾਂਝੇ ਰੱਖੇ ਜਾਂਦੇ ਨੇ। ਠੀਕ ਹੈ ਜੀ। ਇਹਦੇ ਵਿੱਚ ਕੀ ਹੈ? ਅੱਗੇ ਹੈਗਾ ਸਬਸੈਕਸ਼ਨ 2। ਸਬਸੈਕਸ਼ਨ 2 ਦੇ ਵਿੱਚ ਕੀ ਹੈ? ਪਾਰਟੀਸ਼ਨ ਆਫ ਐਨੀ ਫੋਲੋਇੰਗ ਪ੍ਰੋਪਰਟੀਜ਼, ਨੇਮਲੀ ਕਿਹੜੀ ਜਿਹਨਾਂ ਤੇ ਰਿਫਿਊਜ਼ਲ ਕੀਤੀ ਜਾ ਸਕਦੀ ਹੈ। ਇੰਬੈਂਕਮੈਂਟ, ਵਾਟਰ ਕੋਰਸ, ਵੈਲ, ਟੈਂਕ ਐਂਡ ਐਨੀ ਲੈਂਡ ਔਨ ਵਿਚ ਸਪਲਾਈ ਆਫ ਵਾਟਰ ਟੂ ਐਨੀ ਸੱਚ ਵਰਕ ਮੇ ਡਿਪੈਂਡ। मतलब कहने का भाव यह हैगा भी पानी का कोई साधन, खूह होवे, सांझा ट्यूबवैल होवे, कोई खाल जाता होवे खेतों को पानी देने के लिए। मान लो 20 किले जमीन है, एक खूह लगे हुआ है, वो खूह तो जो ट्यूबवैल लगे उस ट्यूबवैल तो पानी जाता है बाकी सारे 20 किलियां जो हम पार्टीशन अपनी होगी, खूह साझा रख लिया या ट्यूबवैल साझा रख लिया, तो जो खाल भी वंड लिया फिर तो पानी किवें जाएगा दूजा खेतों में। इस करके यह हैगा भी ਇਹ ਜਿਹੜੇ ਕਾਮਨ ਰੱਖੇ ਜਾਂਦੇ ਨੇ, ਇਹਨਾਂ ਦੀ ਪਾਰਟੀਸ਼ਨ ਨਹੀਂ ਹੋ ਸਕਦੀ। ਇੱਕ ਨਵੀਂ ਕਲੌਜ਼ ਜੁੜੀ ਹੈ ਡਬਲ ਏ ਸਬਸੈਕਸ਼ਨ 2 ਦੇ ਨਾਲ, ਜਿਹਦੀ ਕਲੌਜ਼ ਏ ਹੈਗੀ ਹੈ। ਇਹਦੇ ਨਾਲ ਦੁਬਾਰਾ ਇਹਨੂੰ ਹੋਰ ਕਲੀਅਰ ਕਰਨ ਦੀ ਖਾਤਰ ਡਬਲ ਏ ਕਲੌਜ਼ ਇਨਸਰਟ ਕਰੋ ਤੁਸੀਂ ਇੱਥੇ ਨਵੀਂ ਡਬਲ ਏ ਕਲੌਜ਼ ਸਰਕਾਰ ਨੇ ਮੇਰੇ ਨਾਲ ਜੋੜੀ ਹੈ। ਕੀ ਕਿਹਾ? ਕਾਮਨ ਪਾਥ, ਕਾਮਨ ਵਾਟਰ ਕੋਰਸ, places used commonly।
कॉमन पाथ इत्थे लिखिया नहीं पर यह अंडरस्टूड हुंदा है जो कोई रेवेन्यू ऑफिसर पार्टीशन करता है, ये अंडरस्टूड हुंदा है। रेवेन्यू ऑफिसर ने देखना हुंदा है भी कोई ऐसा प्लेस है जिन्होंने कॉमनली यूज करते हैं पार्टीज, सारियां पार्टी, सारे लैंड ओनर्स, सारे शेयर होल्डर्स। ठीक है जी। ये इन्होंने नवा ऐड कर दिता क्लास AA, कॉमन पाथ, कॉमन वाटर कोर्स एंड प्लेसेस यूज्ड कॉमनली। पहले ये सैक्शन 115 दिता गया सी, इत्थे लैके इन्होंने इत्थे भी पा दिता ताकि कोई कन्फ्यूजन है वो क्लीयर हो जाए। कई बार इदां हुंदा भी असीं अपनी सेंस नहीं यूज करते है तो सानू दूजी पार्टी तो एडवोकेट्स वालों दस्या जाता भी नहीं जी ये तो लिखा हुआ आह गल्लां वाटर की गल की गई है। ठीक है भी ये पार्ट तुसीं इसनूं नहीं रिफ्यूज कर सकते, पर जिथे किते कॉमन पाथ की गल चल रही है, कॉमन वाटर कोर्स की गल चल रही है खेत दे विच, तो उसनूं असीं पार्टीशन करन तो रिफ्यूज कर सकते हैं। एनी ग्रेजिंग ग्राउंड, कोई चरागाह छड्डी गई सी, कोई किला अद्धा किला जमीन डंगरां दे चरदे दी सांझे तौर ते छड्डिया होया हैगा, उहदी पार्टीशन नहीं हो सकदी। एनी लैंड विच इज ऑक्यूपाइड एज द साइट ऑफ ए टाउन और विलेज एंड इज असेस्ड टू लैंड रेवेन्यू। विलेज साइट है शहर दे विच कोई विलेज दे विच कोई जिवें आबादी की गल की गई है, इत्थे आबादी नूं भी असीं पार्टीशन नहीं कर सकते। मे बी रिफ्यूज्ड if in the opinion of the revenue officer the partition of such property is likely to cause inconvenience। जिथे भी किते सानू लगदा है रेवेन्यू ऑफिसर नूं लगदा है भी मैं इस रकबे दी पार्टीशन जे करांगा तां इह जिहड़ी जमीन है जिहदी पार्टीशन कर रहे हैं जां तां ओहदी वैल्यू खत्म हो जाती है ते जां फिर जिहड़े मालक ने शेयर होल्डर ने उन्हां नूं इनकन्वीनियंस क्रिएट हुंदी है पार्टीशन करन दे नाल। इस करके ऐसियां जगहां दी जिहड़ी पार्टीशन है उहनूं जिहड़ा रेवेन्यू ऑफिसर है वो डिनाई कर सकदा है। ठीक है जी। नेक्स्ट है सी सैक्शन सबसैक्शन 3। ये वैसे हुण तुसीं नोट कर लो इत्थे, इन फैक्ट द पार्टीशन ऑन द एप्लीकेशन ऑफ ए जॉइंट ओनर ऑफ लैंड वुड रेंडर नेसेसरी द सेवरेंस ऑफ इनटू 2 और मोर पार्ट्स ऑफ द लैंड कंप्राइज्ड इन द टेनेंसी। इत्थे ये गल कही गई सी भी जे किसी मालक कोई पार्टीशन करवानी चाहता है पर उहदी जिहड़ी जमीन है वो टेनेंट्स वांहदे ने, टेनेंट्स पाउण दे नाल वो टेनेंसी दे जिहड़े टुकड़े हो जाते हैं। मालकां दी जमीन सांझी है, वो अपनी जमीन नूं पार्टीशन कराना चाहते हैं, वो मालकां दी जिहड़ी कुछ प्रॉपर्टी नूं टेनेंट्स पाउंदे ने, टेनेंट्स दे जे पार्टीशन होण दे नाल वो टेनेंसी दे टुकड़े हो जाते हैं। मान लो दंती दा बंदे एक ने सी, एक शेयर होल्डर ने दित्ती सी प्रॉपर्टी किसी टेनेंट नूं, वो प्रॉपर्टी 3 शेयर होल्डर के हक दे विच आ गई, उसदे 3 टुकड़े बन गए कह लीए। तो इत्थे जे इत्थे टेनेंट ऑब्जेक्ट करेगा नहीं जी मैं तो डील करना सी कल ए पर्सन दे नाल, हाउ आई डील विद ए बी सी ते सी डी 3 बंदे दे कोले आ गई, हुण मैं किवें डील करांगा, तां वो ऑब्जेक्शन कर सकदा है ते ओहदी ऑब्जेक्शन ते जिहड़ी पार्टीशन है डिसलॉ कीती जा सकदी है। पर हुण जिहड़ा ये सबसैक्शन है ये तुहानूं जानकारी भी होनी चाहिए, पर ये जिहड़ा सबसैक्शन है हुण कमिट हो चुके हैं। ठीक है जी। अगे आ गया सबसैक्शन 4। 4 की सीगा इस तरह जे कोई टेनेंसी सीगी, कोई टेनेंसी नूं कोई टेनेंट्स पार्टीशन करवाना चाहते सीगे तो उत्थे मालक दी जिहड़ी ओनर दी हैगी कंसेंट दी, जेकर ओनर किसी गल ते ऑब्जेक्शन करता है कि नहीं इहदी पार्टीशन नहीं होनी चाहिए, साडा आपसी डिस्प्यूट क्रिएट होएगा, तां भी रेवेन्यू ऑफिसर नूं डिसलॉ कर सकदा सी। ये जिहड़ा सबसैक्शन है ये भी हुण कमिट हो चुका है, इहदे ते तुसीं नोट दे लो कमिटेड। अगे सेक्शन 113 आ गया जी। 113 की है नोटिस ऑफ एप्लीकेशन फॉर द पार्टीशन। जो कोई एप्लीकेशन आती है पार्टीशन के लिए तो सब तो पहला की है नोटिस भेजा जाता है। रेवेन्यू ऑफिसर ऑन सीकिंग एप्लीकेशन अंडर सेक्शन 111 शैल इट इज ऑर्डर नॉट ओपन टू द ऑब्जेक्शन। जेकर वो डायरेक्टली एप्लीकेशन देखने से लगता है भी एप्लीकेशन गलत है, इतने पूरे मालकां खेवड़ जमा होने देखता है भी पूरे मालकां हिस्सेदार पार्टी नहीं बनाया गया, जब कोई होर रीजन देखने सारी पता लगता है भी ये जी अर्जी है सही नहीं हैगी, गलत है, फिर वापस कर सकता अर्जी नूं, नहीं तो फिर उसका की है एक डेट फिक्स कर सकता है। डेट फिक्स की जाएगी, उस डेट के फिक्स होने से जो दूजे पार्टीज हैगियां ने जिन्होंने पार्टी उस एप्लीकेशन बनाया गया उन्होंने पार्टीज नूं समन जाएगा। ठीक है जी। ताकि वो पार्टीज जिहड़ियां हैगियां ने उस नियत की डेट के उपर रेवेन्यू ऑफिसर की कोर्ट के खुद या अपने वकील के राही पेश होंगियां। फिक्स ए डे फॉर द हियरिंग देयर ऑफ।
ਤਾਂ ਕਿ ਜਿਹੜੀ ਇਹਦੀ ਹੁਣ ਨਵੀਂ ਅਮੈਂਡਮੈਂਟ ਹੋਣ ਦੇ ਨਾਲ ਕੀ ਹੈ, ਐਪਲੀਕੇਸ਼ਨ ਜਿਹੜੀ ਚਲੀ ਗਈ, ਨੋਟਿਸ ਚਲਾ ਗਿਆ ਪਾਰਟੀਆਂ ਨੂੰ, ਜਿਹੜੀਆਂ ਪਾਰਟੀਆਂ ਅਪੀਲ ਹੋ ਗਈਆਂ, ਹੁਣ ਨੋਟਿਸ ਇੱਥੇ ਮੈਂ ਫਿਰ ਗੱਲ ਕਰਾਂਗਾ ਦੁਬਾਰਾ ਵੀ ਜਿਹੜਾ ਨੋਟਿਸ ਸਰਵ ਹੋਣਾ ਹੈ ਉਹ ਕਿਵੇਂ ਹੋਣਾ ਹੈ। ਨੋਟਿਸ ਸਰਵ ਹੋਣਾ ਹੈ, ਸੈਕਸ਼ਨ ਤੁਹਾਡੀ 20 ਅਸੀਂ ਪੜ੍ਹ ਕੇ ਹਟਿਆ ਪਿੱਛੇ, ਸੈਕਸ਼ਨ 20 ਅਸੀਂ ਪੜ੍ਹ ਕੇ ਹਟਿਆ ਪਿੱਛੇ। ਇਹ ਜਿਹੜੀ ਬੁੱਕ ਹੈ ਇਹਦੇ ਵਿੱਚ ਡਿਟੇਲ ਦਿੱਤੀ ਗਈ ਹੈ, ਜਿਹੜਾ ਪੇਜ ਨੰਬਰ 171 ਦੇ ਉੱਪਰ ਜਿਹੜਾ ਨੋਟਿਸ ਭੇਜਣਾ ਹੈ ਉਹ ਕਿਵੇਂ ਜਾਏਗਾ। ਮਾਲ ਅਧਿਕਾਰੀ ਵੱਲੋਂ ਜਾਰੀ ਕੀਤਾ ਗਿਆ ਸੰਮਨ ਇੰਜ ਤਮੀਲ ਕਰਵਾਇਆ ਜਾਵੇਗਾ। ਕਿਵੇਂ? ਜਾਤੀ ਤੌਰ ਤੇ ਜਿਸ ਬੰਦੇ ਦੇ ਨਾਂ ਤੇ ਤਮੀਲ ਹੋ, ਜਿਸ ਵਿਅਕਤੀ ਦੇ ਨਾਂ ਤੇ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਉਹਨੂੰ ਤਮੀਲ ਹੋਏਗੀ। ਜੇਕਰ ਉਹ ਨਹੀਂ ਮਿਲਦਾ ਤਾਂ ਉਹਦੇ ਵੱਲੋਂ ਕੋਈ ਨਿਰਧਾਰਤ ਉਹਦਾ ਕੋਈ ਬੰਦਾ ਨਿਯੁਕਤ ਕੀਤਾ ਗਿਆ ਹੋਏਗਾ, ਉਹਨੂੰ ਨੋਟਿਸ ਜਾਰੀ ਕੀਤਾ ਜਾ ਸਕਦਾ ਹੈ, ਦਿੱਤਾ ਜਾ ਸਕਦਾ ਹੈ। ਜੇਕਰ ਉਹ ਵੀ ਕੋਈ ਨਿਰਧਾਰਤ ਕੋਈ ਬੰਦਾ ਨਿਯੁਕਤ ਨਹੀਂ ਕੀਤਾ ਗਿਆ ਕਿਸੇ ਸ਼ੇਅਰ ਹੋਲਡਰ ਵੱਲੋਂ, ਤਾਂ ਜਿਹੜਾ ਘਰ ਦਾ ਮੈਂਬਰ ਹੈ, ਕੋਈ ਅਡਲਟ ਮੈਂਬਰ, ਮੇ ਬੀ ਮੇਲ ਮੇ ਬੀ ਫੀਮੇਲ, ਕਈਆਂ ਦੀ ਬੁੱਕਸ ਦੇ ਵਿੱਚ ਮੇਲ ਲਿਖਿਆ ਹੋਏਗਾ ਇਕੱਲਾ, ਉਹ ਤੁਸੀਂ ਉੱਥੇ ਨਾਲ ਆਪਣਾ ਐਡ ਕਰ ਲਓ, ਫੀਮੇਲ ਵੀ ਹੋ ਸਕਦਾ ਹੈ। ਮਤਲਬ ਇਹਦੇ ਵਿੱਚ ਅਮੈਂਡਮੈਂਟ ਹੋਈ ਵੀ ਹੈ, ਘਰ ਦਾ ਮੈਂਬਰ ਅਡਲਟ ਮੇ ਬੀ ਮੇਲ ਔਰ ਮੇ ਬੀ ਫੀਮੇਲ, ਜਿੱਥੇ ਤੁਹਾਡੀ ਬੁੱਕ 'ਚ ਲਿਖਿਆ ਹੋਇਆ ਮੇਲ, ਉੱਥੇ ਨਾਲ ਫੀਮੇਲ ਵੀ ਕਰ ਲਓ। ਦੂਸਰਾ ਪੁਆਇੰਟ ਇਹ ਸੀਗਾ, ਆਪਾਂ ਨੂੰ ਇਹ ਨਾਲ ਪੜ੍ਹਨਾ ਜ਼ਰੂਰੀ ਹੈ, ਕਿਉਂਕਿ ਜਿਹੜੇ ਸਾਡੇ ਮੇਨ ਕੇਸ ਨੇ ਪਾਰਟੀਸ਼ਨ ਦੇ, ਸਿਰਫ ਸਮਨਿੰਗ ਦੀ ਵਜ੍ਹਾ ਕਰਕੇ ਹੀ ਡਿਲੇ ਹੁੰਦੇ ਰਹਿੰਦੇ ਨੇ। ਸੰਮਨ ਦੀ ਵਜ੍ਹਾ ਕਰਕੇ ਹੀ 7-8 ਸਾਲਾਂ ਬਾਅਦ ਰਿਮਾਂਡ ਹੋ ਕੇ FCR ਤੱਕ ਤੋਂ ਵਾਪਸ ਰੈਵਨਿਊ ਆਫੀਸਰ ਦੀ ਕੋਰਟ ਵਿੱਚ ਆ ਜਾਂਦੇ ਨੇ। ਇਸ ਕਰਕੇ ਸਾਨੂੰ ਸਮਨਿੰਗ ਦਾ ਜਿਹੜਾ ਪ੍ਰੋਸੈਸ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਪਤਾ ਹੋਣਾ ਚਾਹੀਦਾ ਹੈ। ਰੈਵਨਿਊ ਆਫੀਸਰ ਨੂੰ ਖੁਦ ਪਤਾ ਹੋਣਾ ਚਾਹੀਦਾ, ਨੌਲੇਜ ਹੋਣੀ ਚਾਹੀਦੀ ਹੈ ਵੀ ਸਮਨਿੰਗ ਕਿਵੇਂ ਹੁੰਦੀ ਹੈ। ਜੇਕਰ ਕੋਈ ਸ਼ੇਅਰ ਹੋਲਡਰ ਉੱਪਰਲੇ 3 ਤਰੀਕੇ ਯੂਜ਼ ਹੋਣ ਦੇ ਨਾਲ ਸਮਨਿੰਗ ਨਹੀਂ ਹੁੰਦੀ ਤਾਂ ਕੀ ਹੋਏਗਾ, ਤਾਂ ਰੈਵਨਿਊ ਆਫੀਸਰ ਵੱਲੋਂ ਆਰਡਰ ਕੀਤਾ ਜਾਵੇਗਾ ਵੀ ਇਹ ਜਿਹੜਾ ਸੰਮਨ ਹੈ ਇਹ ਉਸ ਵਿਅਕਤੀ ਦੇ ਦਰਵਾਜ਼ੇ ਤੇ ਦੀਵਾਰ ਤੇ ਚਸਪਾ ਕੀਤਾ ਜਾਵੇ। ਜੇਕਰ ਉਹ ਵਿਅਕਤੀ ਉਸ ਪਿੰਡ ਦੇ ਵਿੱਚ ਨਹੀਂ ਰਹਿੰਦਾ ਤਾਂ ਕੀ ਹੋਏਗਾ, ਉਸ ਪਿੰਡ ਦੀ ਕਿਸੇ ਸਾਂਝੀ ਥਾਂ ਤੇ ਉਹ ਜਾਂ ਉਸ ਪ੍ਰਾਪਰਟੀ ਦੇ ਨੇੜੇ ਤੇੜੇ ਜਾਂ ਉਸ ਪ੍ਰਾਪਰਟੀ ਦੇ ਵਿੱਚ ਕੋਈ ਐਸੀ ਜਗ੍ਹਾ ਹੋਵੇ, ਪ੍ਰਾਪਰਟੀ ਦੇ ਨੇੜੇ ਤੇੜੇ ਕੋਈ ਐਸੀ ਜਗ੍ਹਾ ਹੋਵੇ ਜਿੱਥੇ ਅਸੀਂ ਉਹ ਜਿਹੜਾ ਸੰਮਨ ਹੈ ਉਹ ਪੇਸਟ ਕਰਨਾ ਹੁੰਦਾ ਹੈ। ਠੀਕ ਹੈ ਨਾ, ਜਿਹਨੂੰ ਆਪਾਂ ਚਿਸ਼ਪਾਨਗੀ ਕਹਿ ਦਿੰਦੇ ਆ, ਚਿਸ਼ਪਾਨਗੀ। ਜੇਕਰ ਅਗਲਾ ਪੁਆਇੰਟ ਹੈ, ਜੇਕਰ ਦੂਜੀ ਧਿਰ ਦੇ ਜਿਹੜੇ ਬੰਦੇ ਨੇ ਬਹੁਤ ਜ਼ਿਆਦਾ ਹੋਣ ਤਾਂ ਆਪਣੇ ਕੋਲ ਪ੍ਰੋਸੈਸ ਹੈ ਮਨਾਦੀ ਦਾ। ਤਾਂ ਪਟਵਾਰੀ ਹਲਕਾ ਦੀ ਰੋਜ਼ਨਾਮਚੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਰ ਕੁਝ ਬੰਦੇ ਜਿਹੜੇ ਹੈਗੇ ਨੇ ਦੂਜੇ ਕਲੈਰੀਕਲ ਕੇਡਰ ਦੇ ਵਿੱਚ ਵੀ ਬੈਠੇ ਹੋਣਗੇ, ਉਹਨਾਂ ਨੂੰ ਵੀ ਕਈਆਂ ਨੂੰ ਜਾਣਕਾਰੀ ਹੁੰਦੀ ਹੈ, ਕਈ ਦਿਨ ਨਹੀਂ ਹੁੰਦੀ। ਤਾਂ ਦੂਸਰਾ ਪ੍ਰੋਸੈਸ ਹੈ ਸਾਡੇ ਕੋਲੇ ਮਨਾਦੀ ਦਾ। ਪਟਵਾਰੀ ਹਲਕਾ ਦੇ ਰੋਜ਼ਨਾਮਚੇ ਦੇ ਵਿੱਚ ਰਫਟ ਦਰਜ ਕਰਵਾ ਕੇ ਤੇ ਜਿਹੜਾ ਪਰਚਾ ਹੈਗਾ ਮਨਾਦੀ ਵਾਲਾ ਉਹ ਸਾਂਝੀ ਜਗ੍ਹਾ ਤੇ ਪੇਸ਼ ਕੀਤਾ ਜਾਂਦਾ ਹੈ। ਗਵਾਹਾਂ ਦੀ 1-2 ਦੀ ਹਾਜ਼ਰੀ ਲਈ ਜਾਂਦੀ ਹੈ, ਨਾਲ ਨੰਬਰਦਾਰ ਦੀ, ਚੌਕੀਦਾਰ ਦੀ, ਉਹਦੀ ਹਾਜ਼ਰੀ ਵਿੱਚ ਪੇਸਟਿੰਗ ਕੀਤੀ ਜਾਂਦੀ ਹੈ। ਤੇ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਉਹ ਕਸਟਮਰੀ ਮੈਥਡ ਉਸ ਪਿੰਡ ਦੇ ਵਿੱਚ ਹੈਗਾ, ਮਨਾਦੀ ਕਿਵੇਂ ਕਰਦੇ ਨੇ, ਕਿਸੇ ਪਿੰਡ 'ਚ ਢੋਲ ਵਜਾ ਕੇ ਪੀਪਾ ਖੜਕਾ ਕੇ ਮਨਾਦੀ ਕਰੀ ਜਾ ਸਕਦੀ ਹੈ। ਜ਼ਿਆਦਾਤਰ ਹੁਣ ਜਿਹੜਾ ਮਾਡਰਨ ਵੇ ਆਫ ਮਨਾਦੀ ਦਾ ਹੈਗਾ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਕਿਸੇ ਮੰਦਿਰ ਦੇ ਵਿੱਚ ਸਪੀਕਰ ਦੇ ਰਾਹੀਂ ਬੋਲ ਕੇ ਜਿਹੜੀ ਮਨਾਦੀ ਹੈ ਉਹ ਕੀਤੀ ਜਾ ਸਕਦੀ ਹੈ। ਠੀਕ ਹੈ ਜੀ। ਨੈਕਸਟ ਹੈਗਾ ਸੈਕਸ਼ਨ ਧਾਰਾ 20 ਦਾ 4 ਹੈਗਾ ਅਧੀਨ ਸਮਨ ਰਜਿਸਟਰ। ਤੁਸੀਂ ਡਾਕ ਰਾਹੀਂ ਵੀ ਸਮਨ ਭੇਜ ਸਕਦੇ ਹੋ, ਰਜਿਸਟਰ ਪੋਸਟ ਰਾਹੀਂ ਸਮਨ ਭੇਜ ਸਕਦੇ ਹੋ। ਜੇਕਰ ਜਿਹੜਾ ਤੁਹਾਡਾ ਭੇਜਿਆ ਹੈ ਲਿਫਾਫਾ ਹੈ ਉਹ ਵਾਪਸ ਨਹੀਂ ਆਉਂਦਾ ਤਾਂ ਤੁਸੀਂ ਰਿਜ਼ਿਊਮ ਕਿਤੋਂ ਕਰੋਗੇ, 30 ਦਿਨਾਂ ਦੇ ਅੰਦਰ ਵਾਪਸ ਨਹੀਂ ਆਉਂਦਾ ਤਾਂ ਇਹ ਸਮਝਿਆ ਜਾਵੇਗਾ ਕਿ ਵਿਅਕਤੀ ਨੂੰ ਕੰਸਰਨਡ ਪਰਸਨ ਨੂੰ ਜਿਹੜੀ ਹੈਗੀ ਹੈ ਉਹ ਇਤਲਾਹ ਹੋ ਚੁੱਕੀ ਹੈ। ਜੇਕਰ ਕਿਸੇ ਢੰਗ ਰਾਹੀਂ 20 ਦੇ 1 ਤੋਂ ਲੈ ਕੇ 5 ਤੱਕ ਇਤਲਾਹ ਕਰਵਾਈ ਜਾਣੀ ਸੰਭਵ ਨਾ ਹੋਵੇ ਤਾਂ ਇਤਲਾਹ ਰਾਹੀਂ ਹੇਠ ਲਿਖੇ ਢੰਗ ਵੀ ਵਰਤੇ ਜਾ ਸਕਦੇ ਹਨ। ਕਿਹੜੇ ਡਾਕ ਰਾਹੀਂ ਦਾ ਆਪਾਂ ਗੱਲ ਕਰੀ ਚੁੱਕੇ ਹਾਂ। ਅਸੀਂ ਕੋਰੀਅਰ ਦੇ ਰਾਹੀਂ ਵੀ ਚਿੱਠੀ ਭੇਜ ਸਕਦੇ ਹਾਂ ਵਿਅਕਤੀ ਨੂੰ, ਅਸੀਂ ਫੈਕਸ ਰਾਹੀਂ ਵੀ ਮੈਸੇਜ ਭੇਜਿਆ ਜਾ ਸਕਦਾ ਹੈ ਤੇ ਈਮੇਲ ਵੀ ਕੀਤੀ ਜਾ ਸਕਦੀ ਹੈ। ਜੇਕਰ ਕੋਈ ਵਿਅਕਤੀ, ਅਗਲਾ ਪੁਆਇੰਟ ਕੀ ਹੈ, ਜੇਕਰ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਹੋਵੇ ਤਾਂ ਜੇਲ੍ਹ ਅਧਿਕਾਰੀ ਨੂੰ ਅਸੀਂ ਜਿਹੜਾ ਸੰਮਨ ਹੈ ਉਹ ਭੇਜ ਸਕਦੇ ਹਾਂ, ਉਹਨੂੰ ਮੇਲ ਵੀ ਕਰ ਸਕਦੇ ਹਾਂ, ਉਹਨੂੰ ਆਪਣਾ ਫੈਕਸ ਵੀ ਕੀਤੀ ਜਾ ਸਕਦੀ ਹੈ ਜੇਲ੍ਹ ਅਧਿਕਾਰੀ ਨੂੰ। ਤਾਂ ਜੇਲ੍ਹ ਅਧਿਕਾਰੀ ਅੱਗੇ ਉਸ ਨੂੰ ਆਪਣੇ ਪ੍ਰੋਸੈਸ ਦੇ ਰਾਹੀਂ, ਆਪਣੇ ਅਧਿਕਾਰੀਆਂ, ਆਪਣੇ ਕਰਮਚਾਰੀਆਂ ਦੇ ਰਾਹੀਂ ਜਿਹੜਾ ਕੰਸਰਨਡ ਪਰਸਨ ਜਿਹੜਾ ਜੇਲ੍ਹ ਦੇ ਵਿੱਚ ਹੈਗਾ ਉਸ ਨੂੰ ਸਮਨਿੰਗ ਕਰਵਾਏਗਾ ਜੇਲ੍ਹ ਇੰਚਾਰਜ ਰਾਹੀਂ। ਜੇਕਰ ਵਿਅਕਤੀ ਭਾਰਤ ਤੋਂ ਬਾਹਰ ਰਹਿੰਦਾ ਹੋਵੇ ਤਾਂ ਉਹਦੇ ਪਤੇ ਤੇ ਅਸੀਂ ਕੋਰੀਅਰ ਰਾਹੀਂ ਭੇਜ ਸਕਦੇ ਹਾਂ, ਡਾਕ ਰਾਹੀਂ ਵੀ ਭੇਜ ਸਕਦੇ ਹਾਂ, ਈਮੇਲ ਵੀ ਕਰ ਸਕਦੇ ਹਾਂ। ਜਿੱਥੇ ਕਿਤੇ ਕੇਂਦਰ ਸਰਕਾਰ ਦਾ ਜਿਹੜਾ ਆਪਾਂ 172 ਪੇਜ ਦੇਖ ਲਓ ਜੀ ਪੰਜਾਬੀ ਬੁੱਕ ਦਾ, 172 ਪੇਜ ਤੋਂ ਪੜ੍ਹ ਰਿਹਾ ਸੀ ਮੈਂ।
ਜੇਕਰ ਸੈਂਟਰਲ ਗਵਰਨਮੈਂਟ ਦਾ ਕਿਸੇ ਹੋਰ ਗਵਰਨਮੈਂਟ ਦਾ ਟ੍ਰੀਟੀ ਹੋਈ ਹੋਵੇ, ਮਤਲਬ ਸਮਝੌਤਾ ਹੋਇਆ ਹੋਵੇ। ਕਈ ਕੰਟਰੀਆਂ ਦੇ ਸਮਝੌਤੇ ਨਹੀਂ ਵੀ ਹੁੰਦੇ ਆਪਸ ਦੇ ਵਿੱਚ, ਇੱਕ ਦੂਜੇ ਕੰਟਰੀ ਦੇ ਲਈ ਹੈਲਪ ਦੇ ਲਈ ਕੰਮ ਨਹੀਂ ਕਰਦੇ ਇੱਕ ਦੂਜੇ ਕੰਟਰੀ। ਜਿਹੜਾ ਕੰਟਰੀਆਂ ਦੇ ਵਿੱਚ ਟ੍ਰੀਟੀ ਹੋਈ ਹੁੰਦੀ ਹੈ, ਉਹਨਾਂ ਦੇ ਜਿਵੇਂ ਅਫੈਂਡਰਸ ਹੁੰਦੇ ਨੇ, ਉਹ ਵੀ ਉਹਨਾਂ ਦੀ ਐਕਸਟ੍ਰਾਡੀਸ਼ਨ ਵੀ ਜਿਹੜੀ ਸਰਕਾਰ ਦੂਜੀਆਂ ਸਰਕਾਰਾਂ ਦਿੰਦੀਆਂ ਨੇ। ਠੀਕ ਹੈ ਜੀ, ਮਤਲਬ ਉਹਨਾਂ ਦੇ ਜਿਹੜੇ ਦੋਸ਼ੀ ਹੁੰਦੇ ਨੇ ਉਸ ਕੰਟਰੀ ਦੇ ਦੋਸ਼ੀ ਨੂੰ ਵੀ ਉਹਨਾਂ ਦੀ ਕੰਟਰੀ ਦੀ ਡਿਮਾਂਡ ਦੇ ਉੱਪਰ ਦੂਸਰੇ ਕੰਟਰੀ ਨੂੰ ਦੇਣਾ ਪੈਂਦਾ ਹੈ। ਇਹ ਸਮਝੌਤੇ ਹੋਏ ਹੁੰਦੇ ਨੇ ਕੰਟਰੀਆਂ ਦੇ ਆਪਸ ਵਿੱਚ, ਟ੍ਰੀਟੀਆਂ ਹੋਈਆਂ ਹੁੰਦੀਆਂ ਨੇ। ਇਸੇ ਤਰੀਕੇ ਨਾਲ ਜੇ ਕਿਸੇ ਕੰਟਰੀ ਦੇ ਨਾਲ ਸਾਡੀ ਟ੍ਰੀਟੀ ਹੋਈ ਹੋਵੇ ਤਾਂ ਉਸ ਕੰਟਰੀ ਦੇ ਅੰਬੈਸਡਰ ਨੂੰ, ਜਿਹੜਾ ਕਿ ਆਪਣੀ ਕੰਟਰੀ ਦਾ ਜਿਹੜਾ ਅੰਬੈਸਡਰ ਹੁੰਦਾ ਹੈ, ਮਿਨਿਸਟਰੀ ਆਫ ਫੋਰਨ ਅਫੇਅਰਸ ਦੇ ਰਾਹੀਂ ਅਸੀਂ ਜਿਹੜਾ ਸੰਮਨ ਹੈਗਾ ਉਹ ਆਪਣੀ ਮਿਨਿਸਟਰੀ ਆਫ ਫੋਰਨ ਅਫੇਅਰਸ ਨੂੰ ਭੇਜ ਸਕਦੇ ਹਾਂ। ਮਿਨਿਸਟਰੀ ਆਫ ਫੋਰਨ ਅਫੇਅਰਸ ਅੱਗੇ ਫਰਦਰ ਜਿਹੜਾ ਸਾਡਾ ਅੰਬੈਸਡਰ, ਜਿਹਨੂੰ ਅਸੀਂ ਰਾਜਦੂਤ ਕਹਿੰਦੇ ਹਾਂ, ਰਾਜਦੂਤ ਉੱਥੇ ਬੈਠਾ ਹੁੰਦਾ ਉਸ ਕੰਟਰੀ ਦੇ ਵਿੱਚ। ਰਾਜਦੂਤ ਆਪਣੇ ਜਿਹੜੇ ਹੈਗੇ ਉੱਥੇ ਪ੍ਰੋਸੈਸ ਹੈਗਾ ਆਪਣੇ ਕਰਮਚਾਰੀਆਂ ਦੇ ਰਾਹੀਂ ਉਹ ਸਮਨਿੰਗ ਕਰਵਾਏਗਾ। ਸਮਨਿੰਗ ਕਰਵਾਉਣ ਤੋਂ ਬਾਅਦ ਉਹ ਜਿਹੜੀ ਲੈਟਰ ਹੈਗੀ ਹੈ ਉਹ ਸਾਡੇ ਕੋਲੇ ਵਾਪਸ ਆਉਂਦੀ ਹੈ। ਇਟ ਇਜ਼ ਆਲਸੋ ਪ੍ਰਜ਼ੂਮ ਟੂ ਦਾ ਸਮਨਿੰਗ, ਅਸੀਂ ਇਹ ਸਮਝਾਂਗੇ ਵੀ ਸਮਨਿੰਗ ਹੋ ਚੁੱਕੀ ਹੈ। ਵਿਦੇਸ਼ੀ ਮਾਮਲਿਆਂ ਦੇ ਡਿਪਾਰਟਮੈਂਟ ਰਾਹੀਂ, ਮਿਨਿਸਟਰੀ ਆਫ ਫੋਰਨ ਅਫੇਅਰਸ ਯਾਨੀ ਕਿ ਵਿਦੇਸ਼ੀ ਮਾਮਲਾ ਵਿਭਾਗ। ਸਰ ਨੋਟਿਸ ਤੇ ਸੰਮਨ 'ਚ ਫਰਕ ਕੀ ਹੋਇਆ ਦੋਨਾਂ 'ਚ? ਫਿਰ ਨੋਟਿਸ ਸੰਮਨ ਤਾਂ ਇੱਕੋ ਚੀਜ਼ ਹੈ ਜੀ। ਨੋਟਿਸ ਸੰਮਨ ਤਾਂ ਕੁਝ ਨਹੀਂ ਫਰਕ। ਅਸੀਂ ਜਦੋਂ ਸਾਡੇ ਕੋਲ ਕੋਈ ਐਪਲੀਕੇਸ਼ਨ ਆ ਗਈ ਤਾਂ ਅਸੀਂ ਨੋਟਿਸ ਭੇਜਣਾ ਹੈ। ਸਰ ਸਿਰਫ ਇੰਨਾ ਦੱਸੋ, ਫਿਰ 113 ਬਣਾਇਆ, ਇੱਕ ਸੈਕਸ਼ਨ 20 ਬਣਾਇਆ ਹੈਗਾ। ਨੋਟਿਸ ਆਫ ਐਪਲੀਕੇਸ਼ਨ ਫॉर ਪਾਰਟੀਸ਼ਨ ਆ ਗਿਆ, ਇੱਕ 20 ਆ ਗਿਆ ਫॉर ਸਮਨਿੰਗ। ਦੋਨਾਂ 'ਚ ਸੈਕਸ਼ਨ ਕਿਉਂ ਵੱਖਰੇ ਬਣਾਏ ਗਏ? ਹਾਂ, ਸੈਕਸ਼ਨ ਦੇਖੋ, ਸੈਕਸ਼ਨ ਤਾਂ ਇਹ ਹੈ ਜਿਹੜਾ ਪ੍ਰੋਸੈਸ ਆਫ ਸਮਨਿੰਗ ਹੈ। ਅਸੀਂ ਕੋਈ ਵੀ ਕਾਰਵਾਈ ਕਰਨੀ ਹੋਵੇ ਲੈਂਡ ਰੈਵਨਿਊ ਐਕਟ ਦੇ ਤਹਿਤ, ਕੋਈ ਵੀ ਕਾਰਵਾਈ ਕਰਨੀ ਹੋਵੇ, ਜਿੱਥੇ ਕਿਤੇ ਸਮਨਿੰਗ ਦੀ ਲੋੜ ਆ ਗਈ, ਨੋਟਿਸ ਜਾਂ ਸਮਨਿੰਗ, ਜਿੱਥੇ ਕਿਤੇ ਸਮਨਿੰਗ ਦੀ ਲੋੜ ਆ ਗਈ, ਅਸੀਂ ਉਹ ਸੈਕਸ਼ਨ 20 ਦੇ ਧਾਰਾਵਾਂ ਯੂਜ਼ ਕਰਾਂਗੇ। ਮਤਲਬ ਕਿ ਹਰ ਇੱਕ ਚੈਪਟਰ ਦੇ ਵਿੱਚ ਤਾਂ ਸਮਨਿੰਗ ਦਾ ਪ੍ਰੋਸੈਸ ਦੱਸ ਨਹੀਂ ਨਾ ਸਕਦੇ। ਫਿਰ ਤਾਂ ਉਹ ਜਿਹੜਾ ਆਪਦਾ ਚੈਪਟਰ ਹੈ ਉਹ ਆਪਦੇ ਆਪ 'ਚ ਹੀ ਖੋ ਜਾਂਦਾ ਹੈ। ਜਿੱਥੇ ਹੁਣ ਇੱਥੇ ਸਮਨਿੰਗ ਦੀ ਗੱਲ ਕਰਨ ਲੱਗ ਗਿਆ, ਇਹ ਸੈਕਸ਼ਨ 113, 14, 12, 13 ਚ ਆ ਕੇ ਇਹ ਸਮਨਿੰਗ ਦੀ ਗੱਲ ਕਰਨ ਲੱਗ ਗਿਆ, ਤਾਂ ਫਿਰ ਉਹ ਚੈਪਟਰ ਆਪ ਹੀ ਖੋ ਜਾਂਦਾ ਸਾਰਾ। ਵੀ ਮੈਂ ਗੱਲ ਤਾਂ ਚੱਲ ਰਹੀ ਹੈ ਪਾਰਟੀਸ਼ਨ ਦੀ, ਇੱਥੇ ਕਿ ਸਮਨਿੰਗ ਦੀ ਡਿਟੇਲ ਦੇਣਾ ਇਹ ਹੋ ਜਾਂਦਾ ਹੈ। ਡਿਟੇਲ ਦੇਣ ਦੇ ਲਈ ਇਹਨੇ ਸੈਕਸ਼ਨ 20 ਚੁਣਿਆ ਹੋਇਆ ਹੈਗਾ ਆਪਣਾ। ਸੈਕਸ਼ਨ 20 ਦੇ ਤਹਿਤ ਅਸੀਂ ਸਮਨਿੰਗ ਕਰਵਾਵਾਂਗੇ। ਸੈਕਸ਼ਨ 20 ਦੇ ਵਿੱਚ ਸਾਰਾ ਪ੍ਰੋਸੈਸ ਦੱਸਿਆ ਹੈ। ਮੈਂ ਤੁਹਾਨੂੰ ਤਾਂ ਬਾਰ-ਬਾਰ ਇੱਥੇ ਦੱਸ ਰਿਹਾ ਕਿਉਂਕਿ ਜਿੰਨੇ ਸਾਡੇ ਮੇਰੀ ਜੋ ਪ੍ਰੈਕਟੀਕਲ ਤਜਰਬਾ ਰਿਹਾ ਹੈ, ਜਿੰਨੇ ਸਾਡੇ ਪਾਰਟੀਸ਼ਨ ਦੇ ਕੇਸਿਸ ਨੇ, 8-8 ਸਾਲ 10-10 ਸਾਲ ਮੈਂ ਦੇਖਿਆ ਹੈਗਾ, ਕਾਰਵਾਈਆਂ ਹੋਣ ਉਪਰੰਤ ਮੁੜ ਕੇ ਇਸੇ ਗੱਲ ਤੇ ਵਾਪਸ ਆ ਜਾਂਦੇ ਨੇ ਹਰ ਕੋਰਟਾਂ ਵੱਲੋਂ ਜਾਂ ਅਪੀਲੈਂਟ ਕੋਰਟਾਂ ਵੱਲੋਂ ਵੀ ਸਮਨਿੰਗ ਦਾ ਜਿਹੜਾ ਪ੍ਰੋਸੈਸ ਹੈ ਉਹ ਸਹੀ ਨਹੀਂ ਹੋਇਆ। ਬੰਦੇ ਨੂੰ, ਸ਼ੇਅਰ ਹੋਲਡਰ ਨੂੰ ਮੌਕਾ ਦੇਣ ਦੀ ਪ੍ਰੋਪਰ ਮੌਕਾ ਨਹੀਂ ਮਿਲਿਆ, ਆਪਣਾ ਪੱਖ ਪੇਸ਼ ਕਰਨ ਦਾ ਹੱਕ ਨਹੀਂ ਮਿਲਿਆ, ਉਹਨੂੰ ਮੌਕਾ ਨਹੀਂ ਮਿਲਿਆ, ਉਹਦੀ ਸਮਨਿੰਗ ਨਹੀਂ ਹੋਈ, ਨਾ ਉਹਦੇ ਕੋਲ ਨੋਟਿਸ ਭੇਜ ਪਹੁੰਚਿਆ, ਨਾ ਉਹਨੂੰ ਨੋਟਿਸ ਮਿਲਣ ਦਾ ਕੋਈ ਸਬੂਤ ਮਿਲਿਆ, ਨਾ ਪਿੰਡ 'ਚ ਮਨਾਦੀ ਪ੍ਰੋਪਰ ਹੋਈ ਗਈ। ਉਹ ਆਪਣੇ ਸਾਰੇ ਰਸਤੇ ਜਿਹੜੇ ਹੈਗੇ ਆ ਸਮਨਿੰਗ ਦੇ, ਉਹਦੇ ਵੱਲੋਂ ਜਿਹੜਾ ਕੋਈ ਸ਼ੇਅਰ ਹੋਲਡਰ ਦਾ ਪਾਰਟੀਸ਼ਨ ਜਾਂਦਾ ਹੈ ਉਹ ਕਹਿੰਦਾ ਮੈਨੂੰ ਤਾਂ ਮੌਕਾ ਮਿਲਿਆ ਨਹੀਂ। ਜਦੋਂ ਹਾਇਰ ਕੋਰਟਾਂ ਨੇ ਇਹ ਦੇਖਦੀਆਂ ਨੇ ਵੀ ਬਾਕੀ ਕਿਸੇ ਬੰਦੇ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ, ਤਾਂ ਲਾਅ ਕਹਿੰਦਾ ਵੀ ਹਰ ਬੰਦੇ ਨੂੰ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸੇ ਵਜ੍ਹਾ ਕਰਕੇ ਸਾਡਾ 7-7, 8-8 ਸਾਲਾਂ ਦੀ ਪਾਰਟੀਸ਼ਨ ਦਾ ਅਪੀਲਾਂ ਚੱਲਦੀਆਂ ਵਾਪਸ ਮੁੜ ਕੇ ਫਿਰ ਥੱਲੇ ਰੈਵਨਿਊ ਕੋਰਟ 'ਚ ਆ ਜਾਂਦਾ ਵੀ ਤੁਸੀਂ ਦੁਬਾਰਾ ਸਮਨਿੰਗ ਕਰੋ, ਦੁਬਾਰਾ ਪ੍ਰੋਸੈਸ ਨੂੰ ਨਵੇਂ ਸਿਰੇ ਤੋਂ ਕਰੋ। ਮੈਂ ਤਾਂ ਪ੍ਰੋਸੈਸ ਤੇ ਥੋੜਾ ਜ਼ੋਰ ਦਿੰਦਾ ਕਿ ਤੁਹਾਨੂੰ ਪ੍ਰੋਸੈਸ ਦੀ ਸਮਨਿੰਗ ਦੀ ਪ੍ਰੋਸੈਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਹਾਲਾਂਕਿ ਇਹ ਸੈਕਸ਼ਨ 20 ਇਹਦੇ ਬੁੱਕ ਵਿੱਚ ਵੀ ਸੈਕਸ਼ਨ 20 ਦੇ ਬਾਰੇ ਪਿੱਛੇ ਦੱਸਿਆ ਹੋਊਗਾ, ਪਰ ਇੱਥੇ ਪਾਰਟੀਸ਼ਨ ਨਾਲ ਸਾਡਾ ਜ਼ਿਆਦਾ ਖਾਸ ਕਰਕੇ ਸੰਬੰਧ ਹੈ। ਤੁਸੀਂ ਪ੍ਰੈਕਟੀਕਲੀ ਯੂਜ਼ ਕਰਨਾ ਇਸ ਸੈਕਸ਼ਨ ਨੂੰ। ਚੈਪਟਰ ਦਾ ਪਾਰਟੀਸ਼ਨ ਹੈ ਔਰ ਸੈਕਸ਼ਨ ਜਿਹੜਾ 20 ਹੈਗਾ ਉਹਨੂੰ ਤੁਸੀਂ ਸਪੈਸ਼ਲੀ ਤੌਰ ਤੇ ਯੂਜ਼ ਕਰਨਾ ਹੈ ਪਾਰਟੀਸ਼ਨ ਦੇ ਵਿੱਚ। ਇਸ ਕਰਕੇ ਮੈਂ ਇੱਥੇ ਡਿਟੇਲ ਦਿੱਤੀ ਵੀ ਹੈ ਆਪਣੀ ਇਸ ਬੁੱਕ ਦੇ ਵਿੱਚ। ਅੱਗੇ ਜਾ ਕੇ ਕੀ ਹੈ ਜੀ, ਇਹਦੇ ਵਿੱਚ ਸੀਗਾ ਕੋਈ ਵੀ ਵਿਅਕਤੀ एक्स पार्टी में ज्वाइन एट द स्टेज, एक नवी एडिशन की गई है। जिवें सैक्शन 113 का जो दो सब सैक्शन है यह भी नवा ऐड होया, तुसीं नोट कर लो, इत्थे अपनी बुक दे विच ही नोट कर लो। सैक्शन 113 का दो सब सैक्शन नवा ऐड होया, रिप्लाई विद इन 30 डेज, 30 डेज कर लो, रिप्लाई 30 डेज, ये नोट कर लो। इत्थे क्वेश्चन इदां ही आ सकता है कि तुसीं जे कोई बंदा एप्लीकेशन फॉर पार्टीशन फाइल करता है तो दूजी पार्टी ने जी रिप्लाई देनी है वो कितने दिनों दे सकता है, वो तो लिमिटेड टाइम किया सरकार ने ताकि जो केस ने एक्सपीडिएट करने की खातर
जल्दी निपटारा होवे केसां दा, इस करके एक्सपीडाइट करने की खातर 30 डेज फिक्स कर दिते हैं। दूजी पार्टी 6-6 महीने जवाब ना देवे, ठीक है, तुसीं दा जिहड़ा मौका खत्म कर सकते हो, जिहड़ा पार्टी रिप्लाई देने का मौका खत्म किया जाता है, जिहड़ा केस है फर्दर अगे मूव किया जाता है। ज़्यादा 30 दिन के अंदर जवाब नहीं दिंदा तुहानूं। ਇਹਦੇ थर्ड सबसैक्शन एक होर ऐड हुई है, 113 की थर्ड सैक्शन एक ऐड होर हुई है, ये भी नोट कर लो, बुक्स शायद हैगी या नहीं हैगी किसी दी च, थोड़ा सा देख लो। एक्स पार्टी में ज्वाइन एट द स्टेज, एक्स पार्टी जे असीं किसी व्यक्ति नूं नोटिस भेज दिता, समनिंग हो गई, आपां समनिंग का प्रोसैस पढ़ रहे सी, समनिंग का प्रोसैस तो इत्थे खत्म हो गया, ठीक है जी। एक समनिंग मैं भुल गया, एक समनिंग होर भी है, असीं मनादी भी सॉरी असीं पब्लिकेशन भी कर सकते हैं पेपर दे विच, न्यूज़ पेपर पंजाबी ओनली, पंजाब है पंजाबी दे गवर्नमेंट ने जिहड़ी अमेंडमेंट की है, पंजाबी पेपर दे विच भी असीं मतलब पब्लिकेशन कर सकते हैं इस जिहड़ी नोटिस दी है। जेकर पार्टियां इन्नियां ज़्यादा होण ते रेवन्यू ऑफिसर नूं लगे भी पार्टीशन करवानी समनिंग करानी बहुत मुश्किल हो रही है, तो पब्लिकेशन की जा सकती है, ठीक है जी। 113 ਦਾ 3 ਸਰ ਦੁਬਾਰਾ ਬੋਲਿਓ। 113 ਦੇ 3 ਚ ਮੈਂ ਪਹਿਲਾਂ ਸਮਝਾ ਦਾਂ, ਫਿਰ ਤੁਸੀਂ ਨੋਟ ਕਰ ਲੈਣਾ। 113 ਦੇ 3 ਚ ਇਹ ਹੈਗਾ, ਪਹਿਲਾਂ ਲਾਅ ਇਹ ਕਹਿੰਦਾ ਸੀਗਾ ਵੀ ਜੇ ਕੋਈ ਪਾਰਟੀ ਐਕਸ ਪਾਰਟੀ ਹਾਂ ਇਹ ਵੈਸੇ ਤਾਂ ਅਸੀਂ ਪ੍ਰੈਕਟੀਕਲ ਚ ਯੂਜ਼ ਕਰਦੇ ਸੀ ਪਹਿਲਾਂ ਤੋਂ ਹੀ, ਜੇ ਕੋਈ ਪਾਰਟੀ ਐਕਸ ਪਾਰਟੀ ਡਿਕਲੇਅਰ ਹੋ ਜਾਂਦੀ ਹੈ, ਮੰਨ ਲਓ ਕਿਸੇ ਨੂੰ ਸਮਨਿੰਗ ਨਹੀਂ ਹੋਈ ਜਾਂ ਸਮਨਿੰਗ ਹੋ ਗਈ, ਸਮਨਿੰਗ ਲੈਣ ਤੋਂ ਇਨਕਾਰੀ ਕਰਤੀ ਜਾਂ ਸਮਨ ਲੈके भी ਉਹ ਕੋਰਟ ਦੇ ਵਿੱਚ ਨਹੀਂ ਆਇਆ, ਆਪਣਾ ਉਹਨੇ ਰਿਪਲਾਈ ਪੇਸ਼ ਨਹੀਂ ਕੀਤਾ 30 ਡੇਜ਼ ਦੇ ਅੰਦਰ, ਕੋਰਟ 'ਚ ਆਇਆ ਨਹੀਂ, ਦੂਜੀ ਪਾਰਟੀ ਕਹਿ ਲਈਏ। ਜਿਵੇਂ ਕਿ ਆਮ ਅਸੀਂ ਦੇਖਦੇ ਹਾਂ ਜੋ ਜ਼ਿਆਦਾ ਸਮਨ ਲੈ ਕੇ ਜਾਂਦਾ ਹੈ, ਆਮ ਧਾਰਨਾਵਾਂ ਇਹ ਬਣੀ ਵੀ ਹੈਗੀ ਹੈ ਕਿ ਜਿਹੜੇ ਲੋਕ ਹੈਗੇ ਸ਼ੇਅਰ ਹੋਲਡਰ ਹੈਗੇ ਉਹ ਸਮਨ ਲੈਣ ਤੋਂ ਮਤਲਬ ਕਿ ਇਨਕਾਰੀ ਕਰ ਦਿੰਦੇ ਜ਼ਿਆਦਾਤਰ। ਹੁਣ ਜ਼ਮਾਨਾ ਬਦਲ ਗਿਆ, ਲੋਕ ਸਮਨ ਲੈ ਲੈਂਦੇ ਨੇ, समन लैन तो बंदे जान के गुरेज करते हैं, समन ना लैन के कारण की होंगे जो केस एक्स पार्टी हो जाना है, जो बंदा समन नहीं लैंदा या इनकार कर दिंदा या समन लैके भी कोर्ट च नहीं आंदा, एक्स पार्टी हो गया। एक्स पार्टी वाले बंदे को दोबारा पता लग गया पिछले बार मैनू तो ज्वाइन करना चाहिए कोर्ट में, मैनू जाकर अपना पक्ष पेश करना चाहिए। मान लो थोड़ा जो केस है वो किसी सैकंड या थर्ड स्टेज पर पहुंच गया, तुसीं मोड ऑफ पार्टीशन डिकलेयर कर दिता, तुसीं नक्शा उड़ा भी पास करता, तुसीं नक्शे आड़े ते पहुंचे हुए हो, नक्शा आड़ा बनाने के लिए तुसीं कानून हल्का नूं भेजा है संबंध, ठीक है जी, ऑर्डर भेजा है तुसीं नक्शा आड़ा बना के भेजो। जो कानून हल्का नक्शा बनाने के लिए खेतों में जाता है मौके पर, तो वो पार्टी देखती है भी मैंने तो जाके पैरवाई नहीं की अपनी पता होने के बावजूद भी, तो वो पार्टी अपनी किसी ने सलाह मशवरा करती है, उन्होंने कोई कहता है भी ठीक है नहीं तेनों जाना चाहिए, तेनों वकील करना चाहिए, वो वकील करके जाके रेवन्यू ऑफिसर की कंसर्न डेट में कानून हल्का तो पुछते भी अगली तरीक किहड़ी पेशी है, उस डेट के अगे वो पेश हो जाता है कोर्ट के विच, तां उन्होंने रेवन्यू ऑफिसर ज्वाइन करा सकता है। ज्वाइन करा के वो ये नहीं कह सकता, हम इत्थे ये गल कही है जिहड़ा मेन फैक्टर हैगा तुहाडे प्रैक्टिकल यूज च आएगा, उत्थे ये गल कही है भी जिहड़ी स्टेज ते केस चल रहा है तुसीं उस स्टेज ते ज्वाइन हो सकते हो। ये नहीं हैगा भी तुसीं आके उत्थे हुण दोबारा एप्लीकेशन दे दो ते मैनूं तां जी मुੱਢ ਤੋਂ सुनो, मेरे तो साडा जमीन का पहला मालकी का ही झगड़ा है, मेरा तो शेयर वध है, मेरा शेयर घट है, ठीक है जी, जब नक्शा उड़ा या रकबा मेरा गलत लिखाया गया, घट लिखाया गया, वध लिखाया गया, साडी तो तकसीम घरेलू हुई भी है जी, मैंने तो पार्टीशन होनी नहीं चाहिए इस केवट की, मतलब कि इस स्टेज पर नहीं, मुढ़ली स्टेज पर नहीं केस पहुंचेगा जो कोई पार्टी एक्स पार्टी डिकलेयर पहला कर दी। इसका रीजन की सीगा, इसका रीजन मैं तुहानूं प्रैक्टिकल दसदा, इसका रीजन की सीगा। कुछ लोग की करते सी जानबूझ के पहला तो मान लो किसी को एक किला जमीन ज्यादा है, देखो मैं तुहानूं बिल्कुल प्रैक्टिकल गल ते आया, शेयर होल्डिंग दे विच किसी को एक किला जमीन ज्यादा है चंगी माड़ी होने के कारण, ठीक है, वो कदे नहीं चाहेगा भी जमीन उस वेले चंगियां माड़ियां सीगियां, कोई टिब्बे सी, कोई किते जमीन वधिया सीगी, नाई दी जमीन सी, किसी को टिब्बे सी, टिब्बे होने करके उहनूं शेयर होल्डर ने किला वध दित्ता होया सीगा। हुण जमीनां दे रेट सारे बराबर हो गए, जिवें कि सारे 16 आने दी हो गईयां, ये कह लईए आपां। हुण वो व्यक्ति जिहदे कोल जमीन घट है किला, वो तो चाहेगा तकसीम हो जाए, जिहदे कोल किला वध है वो क्यों चाहेगा तकसीम हो जाए, इस करके वो समनिंग नूं इग्नोर करता है,
ਜਾਣਬੁੱਝ ਕੇ ਇਗਨੋਰ ਕਰਦਾ ਹੈ, ਜਾਣਬੁੱਝ ਕੇ ਆਪਦੇ ਵਕੀਲ ਦੀ ਨਾਲ ਮਿਲ ਕੇ ਚਲੋ ਐਕਸ ਪਾਰਟੀ ਵੀ ਹੋ ਜਾਂਦਾ ਹੈ। ਐਕਸ ਪਾਰਟੀ ਹੋ ਗਏ ਜਦੋਂ ਕੇਸ ਕਿਤੇ ਵਿਚਕਾਰ ਪਹੁੰਚਦਾ ਫਿਰ ਉਹ ਅਰਜੀ ਦਿੰਦਾ ਮੈਨੂੰ ਜੁਆਇਨ ਕਰਵਾਓ, ਮੈਨੂੰ ਜੁਆਇਨ ਕਰਵਾਓ। ਰੈਵਨਿਊ ਆਫਿਸਰ ਨੂੰ ਕੋਈ ਵੀ ਬੰਦਾ ਐਪਲੀਕੇਸ਼ਨ ਦੇਵੇ ਕਿਸੇ ਵੀ ਸਟੇਜ ਤੇ, ਕਦੀ ਵੀ ਉਸ ਨੂੰ, ਮੈਂ ਪ੍ਰੈਕਟੀਕਲ ਗੱਲ ਦੱਸਦਾ ਤੁਹਾਨੂੰ, ਕਦੀ ਵੀ ਤੁਸੀਂ ਉਸ ਨੂੰ ਇਨਕਾਰ ਨਹੀਂ ਕਰਨਾ ਚਾਹੀਦਾ। ਜਿਸ ਸਟੇਜ ਤੇ ਕੋਈ ਆ ਕੇ ਐਪਲੀਕੇਸ਼ਨ ਦਿੰਦਾ ਪਾਰਟੀਸ਼ਨ ਦੀ, ਉਸੇ ਸਟੇਜ ਤੇ ਤੁਸੀਂ ਉਹਨੂੰ ਜੁਆਇਨ ਕਰਾਉਣਾ ਚਾਹੀਦਾ, ਕਿਉਂਕਿ ਓਪਰਚੁਨਿਟੀ ਹੈਜ਼ ਟੂ ਬੀ ਗਿਵਨ ਟੂ ਐਵਰੀ ਪਾਰਟੀ। ਹਰ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਕਿ ਜੇ ਅਸੀਂ ਉਸੇ ਨੂੰ ਉੱਥੇ ਡਿਨਾਈ ਕਰਦਾ ਕਿ ਤੂੰ ਜੁਆਇਨ ਨਹੀਂ ਕਰ ਸਕਦਾ, ਉਹਦੇ ਕੋਲੇ ਪੱਕਾ ਪ੍ਰੂਫ ਬਣ ਗਿਆ ਵੀ ਮੈਨੂੰ ਤਾਂ ਕਿਤੇ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਮਿਲਿਆ। ਤੁਹਾਨੂੰ ਉਸੇ ਤੁਹਾਡੇ ਜਿਹੜਾ ਆਰਡਰ ਹੈ ਉਹੀ ਚੈਲੰਜ ਹੋ ਜਾਏਗਾ, ਉਸੇ ਬੇਸ ਤੇ ਜਿਹੜਾ ਤੁਹਾਡਾ ਕੇਸ ਹੈ ਉੱਥੇ ਮਤਲਬ ਕਿ ਉਹੀ ਹੱਲ ਹੋ ਜਾਏਗਾ। ਅਸੀਂ ਉਹ ਫਿਰ ਕੀ ਕਰਦੇ ਸੀਗੇ, ਇਨ ਬਿਟਵੀਨ ਜੁਆਇਨ ਕਰ ਲਿਆ, ਜੁਆਇਨ ਕਰਕੇ ਦੁਬਾਰਾ ਫਿਰ ਮੁੱਢਲੇ ਸਿਰ ਤੋਂ ਕੇਸ ਹੋਣੋ ਜੀ ਦੁਬਾਰਾ। ਹੁਣ ਰੈਵਨਿਊ ਆਫਿਸਰ ਪਹੁੰਚਿਆ ਹੋਇਆ ਆੜੇ ਤੇ, ਕਿੰਨੀਆਂ ਕਾਰਵਾਈਆਂ ਪਹਿਲਾਂ ਹੋ ਗਈਆਂ, ਉਹ ਕਹਿੰਦਾ ਮੈਨੂੰ ਦੁਬਾਰਾ ਮੁੱਢਲੇ ਸਿਰ ਤੋਂ ਸੁਣੋ। ਠੀਕ ਹੈ, ਜਿਹੜੇ ਦਾ ਆਫਿਸਰ ਨੇ ਸੀਪੀਸੀ ਵਗੈਰਾ ਪੜ੍ਹੀ ਵੀ ਹੈ, ਸਭ ਕੁਝ ਪੜ੍ਹਿਆ ਹੋਇਆ ਨਾਲ, ਉਹ ਤਾਂ ਨਹੀਂ ਸੀ ਸੁਣਦੇ। ਕਈ ਵਿਅਕਤੀ ਰੈਵਨਿਊ ਆਫਿਸਰ ਨੂੰ ਜਿਹਨੂੰ ਆਪਣੀ ਜਾਣਕਾਰੀ ਨਹੀਂ ਸੀ ਹੁੰਦੀ, ਉਹ ਦੁਬਾਰਾ ਫਿਰ ਉਹਨੂੰ ਮੁੱਢਲੇ ਸਿਰ ਤੋਂ ਸੁਣਨ ਲੱਗ ਜਾਂਦੇ ਸੀਗੇ। ਉਹ ਕੇਸ ਜਿਹੜੀ 6 ਮਹੀਨੇ ਦੀ ਕਾਰਵਾਈ ਸੀ 3 ਮਹੀਨੇ ਦੀ, ਉਹ ਦੁਬਾਰਾ ਫਿਰ ਸਿਰੇ ਤੇ ਪਹੁੰਚ ਜਾਂਦੀ ਸੀ। ਇਸ ਕਰਕੇ ਸਰਕਾਰ ਨੇ ਇਸ ਗੱਲ ਨੂੰ ਕਲੀਅਰ ਕਰਦੇ ਹੋਏ ਆ ਜਿਹੜੀ ਨਵੀਂ 3 ਸੈਕਸ਼ਨ ਹੈ, ਸਬ ਸੈਕਸ਼ਨ 3 ਹੈ, ਇਹ ਇਨਸਰਟ ਕੀਤੀ ਹੈ, ਕਲੀਅਰ ਕੀਤੀ ਹੈ ਇੱਥੇ ਆ ਕੇ ਰੈਵਨਿਊ ਆਫਿਸਰ ਦੀ ਫੈਸਿਲਿਟੀ ਦੇ ਲਈ ਵੀ। ਜੇ ਵੀ ਕੋਈ ਐਕਸ ਪਾਰਟੀ ਨੂੰ ਅਸੀਂ ਜੁਆਇਨ ਕਰਵਾਉਂਦੇ ਆ ਤਾਂ ਅਸੀਂ ਉਸਨੂੰ ਉਸੇ ਸਟੇਜ ਤੇ ਜੁਆਇਨ ਕਰਾਵਾਂਗੇ ਜਿਹੜੀ ਸਟੇਜ ਤੇ ਕੇਸ ਚੱਲ ਰਿਹਾ ਹੈ। ਉਹ ਨਕਸ਼ਾ ਆੜਾ ਦੇ objection ਤੇ ਹੈ ਤਾਂ ਨਕਸ਼ਾ ਆੜਾ ਦੇ objection ਦੇ ਸਕਦਾ ਉਹ, ਬਸ ਇੱਥੋਂ ਹੀ ਕੇਸ ਚੱਲੇਗਾ ਉਹਦੇ ਲਈ। ਠੀਕ ਹੈ, ਇੱਥੇ ਤੁਸੀਂ ਲਿਖ ਲਓ ਵੀ ਐਕਸ ਪਾਰਟੀ may join at the stage the case is pending। ਇੱਥੇ ਨੋਟ ਕਰ ਲਓ, ਐਕਸ ਪਾਰਟੀ may join at the stage the case is pending। ਜਿਸ ਸਟੇਜ ਤੇ ਜਿਹੜਾ ਕੇਸ ਪੈਂਡਿੰਗ ਹੈ ਉਸੇ ਸਟੇਜ ਤੇ ਐਕਸ ਪਾਰਟੀ ਜੁਆਇਨ ਕੀਤੀ ਜਾ ਸਕਦੀ ਹੈ, ਜੁਆਇਨ ਕਰ ਸਕਦਾ ਹੈ ਸ਼ੇਅਰ ਹੋਲਡਰ। ਅੱਗੇ ਜਿਹੜਾ ਬਾਰ-ਬਾਰ ਸਰ ਇੱਕ ਸਵਾਲ ਜੀ, ਇਹੋ ਜਿਹੇ ਕੇਸ ਦੇ ਵਿੱਚ ਮੋਡ ਆਫ ਪਾਰਟੀਸ਼ਨ ਤੇ ਉਹਦਾ ਪੂਰਾ ਅਲੱਗ ਕਰਨ ਤੇ ਨਹੀਂ ਆਪਾਂ ਲਿਖਿਆ ਹੁੰਦਾ ਤੇ ਉਹ ਇਤਰਾਜ਼ ਕਰਦਾ ਮੈਨੂੰ ਮੇਰਾ ਪੂਰਾ ਵੀ ਅਲੱਗ ਕਰਕੇ ਦਿਓ ਤਾਂ ਕੀ ਕਰਨਾ? ਆਪਾਂ ਜੇ ਮੋਡ ਆਫ ਪਾਰਟੀਸ਼ਨ ਤੇ ਪਹੁੰਚਾਂਗੇ ਆਪਾਂ ਉੱਥੇ ਕਲੀਅਰ ਕਰਾਂਗੇ। ਅਜੇ ਆਪਾਂ ਮੋਡ ਆਫ ਪਾਰਟੀਸ਼ਨ ਤੇ ਪਹੁੰਚੀ ਨਹੀਂ ਹੈਗੀ, ਉਹਨੂੰ ਆਪਾਂ ਡਿਟੇਲ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ। ਅਜੇ ਆਪਾਂ ਇਨੀਸ਼ੀਅਲ ਸਟੇਜ ਚੱਲ ਰਹੇ ਹਾਂ, ਅਜੇ ਤਾਂ ਕਾਰਵਾਈ ਸਟਾਰਟ ਹੀ ਨਹੀਂ ਹੋਈ। ਠੀਕ ਹੈ, ਉਹ ਤੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗਾ ਮੋਡ ਆਫ ਪਾਰਟੀਸ਼ਨ ਕੀ ਹੁੰਦਾ, ਕਿਵੇਂ ਹੁੰਦਾ, ਕਿਸ ਤਰ੍ਹਾਂ ਹੁੰਦਾ, ਕਿਸ ਤਰ੍ਹਾਂ ਕੀ ਫੈਸਿਲਿਟੀਜ਼ ਕੀ ਮਤਲਬ ਕਿ ਪਾਰਟੀ ਜਿਹੜੀਆਂ ਐਪਲੀਕੇਸ਼ਨ ਪਾਰਟੀ ਦੇ ਕੀ ਉਹਨੂੰ ਬੈਨੀਫਿਟ ਨੇ, ਕੀ ਨੁਕਸਾਨ ਨੇ, ਕੀ ਰੈਵਨਿਊ ਆਫਿਸਰ ਨੂੰ ਕਰਨਾ ਚਾਹੀਦਾ ਹੈ। ਆਪਾਂ ਉਹਦੇ ਬਾਰੇ ਡਿਟੇਲ ਅੱਗੇ ਅੱਜ ਹੀ ਕਰਦੇ ਹਾਂ ਡਿਸਕਸ। ਠੀਕ ਹੈ ਜੀ, ਇਹ ਨੋਟ ਕਰ ਲਿਆ ਜੀ ਤੁਸੀਂ। ਸਬਸੈਕਸ਼ਨ 3 113 ਦੇ ਵਿੱਚ ਐਕਸ ਪਾਰਟੀ ਮੇ ਜੁਆਇਨ ਐਟ ਦਾ ਸਟੇਜ ਦਾ ਕੇਸ ਇਜ਼ ਪੈਂਡਿੰਗ। ਜਿਹੜੀ ਸਟੇਜ ਤੇ ਕੇਸ ਪੈਂਡਿੰਗ ਹੈ ਉਸੇ ਸਟੇਜ ਤੇ ਐਕਸ ਪਾਰਟੀ ਨੂੰ ਅਸੀਂ ਜੁਆਇਨ ਕਰਵਾਉਣਾ ਹੈਗਾ। ਇੱਕ ਸੈਕਸ਼ਨ 114 ਸੀਗੀ ਆਪਣੇ ਕੋਲ, ਇੱਕ 114 ਸੈਕਸ਼ਨ। ਇਹ ਦੇਖੋ ਜੀ ਇੰਪੋਰਟੈਂਟ ਹੈ। ਪਹਿਲਾਂ ਇਸ ਸੈਕਸ਼ਨ ਨੂੰ ਕੀ ਸੀਗਾ, ਸਰਕਾਰ ਵੱਲੋਂ ਡਿਲੀਟ ਕਰ ਦਿੱਤਾ ਗਿਆ ਸੀ। ਹੁਣ ਇਹ ਇਹਦੇ 114 ਸੈਕਸ਼ਨ ਹੈ ਕੀ ਹੈ? 114 ਚ ਇਹ ਹੈਗਾ ਵੀ ਜਦੋਂ ਪਾਰਟੀਆਂ ਨੂੰ ਸਮਨਿੰਗ ਹੋ ਗਈ, ਸਮਨਿੰਗ ਹੋਣ ਤੋਂ ਬਾਅਦ ਕੋਈ ਹਿੱਸੇਦਾਰ ਆ ਕੇ ਕਹਿੰਦਾ ਵੀ ਮੈਨੂੰ ਵੀ ਤਕਸੀਮ ਕਰ ਦਿਓ ਜੀ, ਮੇਰਾ ਖੇਤ ਵੀ ਤਕਸੀਮ ਕਰ ਦਿਓ। ਠੀਕ ਹੈ, ਤਾਂ ਸਰਕਾਰ ਨੇ ਇਹ ਬੰਦਿਸ਼ ਲਾ ਦਿੱਤੀ ਸੀ ਵੀ ਨਹੀਂ, ਬਾਰ-ਬਾਰ ਜਿਹੜੇ ਬੰਦੇ ਐਪਲੀਕੇਸ਼ਨ ਦੇਣਗੇ ਸਿਰਫ ਉਹਦੀ ਤਕਸੀਮ ਹੋਏਗੀ, ਜਿਹੜੇ ਬੰਦੇ ਰਿਸਪੋਂਡੈਂਟ ਨੇ ਉਹਦੀ ਤਕਸੀਮ ਨਹੀਂ ਸੀ ਕਰਾਂਗੇ। ਸਰਕਾਰ ਨੇ ਇਹ ਅਮੈਂਡਮੈਂਟ ਕਰ ਦਿੱਤੀ ਸੀ 2011 ਦੇ ਵਿੱਚ ਵੀ ਕੋਈ ਵੀ ਜਿਹੜਾ ਰਿਸਪੋਂਡੈਂਟ ਹੈਗਾ ਉਹ ਇਸ ਸਟੇਜ ਤੇ ਹੁਣ ਅਰਜੀ ਦਾ ਦਿੱਤੀ ਹੈ A ਪਰਸਨ ਨੇ, B ਪਰਸਨ ਕਹਿੰਦਾ ਵੀ ਮੇਰੀ ਵੀ ਤਕਸੀਮ ਕਰ ਲਓ। ਪਹਿਲਾਂ ਇਹ ਸੈਕਸ਼ਨ ਹੈਗੀ ਸੀ, ਠੀਕ ਸੀਗੀ। ਉਹ ਜਿਹੜਾ ਰਿਸਪੋਂਡੈਂਟ ਸੀਗਾ
ਜਿਹਨੂੰ ਪਟੀਸ਼ਨਰ ਨੇ, ਐਪਲੀਕੈਂਟ ਨੇ, ਜਿਹਨੂੰ ਰਿਸਪੋਂਡੈਂਟ ਬਣਾਇਆ ਸੀਗਾ, ਉਹ ਰਿਸਪੋਂਡੈਂਟ ਐਪਲੀਕੈਂਟ ਬਣ ਸਕਦਾ ਸੀ। ਮਤਲਬ ਕਰੀਏ ਵੀ ਜਦੋਂ ਕੋਈ ਬੰਦਾ ਆ ਕੇ ਕਹਿੰਦਾ ਵੀ ਹਾਂ ਕੰਸੈਂਟ ਦੇ ਦਿੰਦਾ ਵੀ ਮੇਰੀ ਵੀ ਤਕਸੀਮ ਕਰ ਦਿਓ, ਉਹ ਰਿਸਪੋਂਡੈਂਟ ਦੀ ਜਗ੍ਹਾ ਐਪਲੀਕੈਂਟ ਬਣ ਜਾਂਦਾ ਹੈ ਇਸ ਸੈਕਸ਼ਨ 114 ਦੇ ਤਹਿਤ। ਠੀਕ ਹੈ ਜੀ। ਸਰਕਾਰ ਨੇ 2011 ਚ ਆ ਕੇ ਇਸ ਤੇ ਬੰਦੇ ਤੇ ਰੋਕ ਲਗਾ ਦਿੱਤੀ ਸੀ, ਜਿਹੜਾ ਸੈਕਸ਼ਨ ਸੀ ਇਹਨੂੰ ਡਿਲੀਟ ਕਰ ਦਿੱਤਾ ਸੀਗਾ ਵੀ ਨਹੀਂ ਵਾਰ-ਵਾਰ ਇਹਦੇ ਨਾਲ ਡਿਲੇ ਹੁੰਦੀ ਹੈ, ਜਿਹੜੇ ਕੇਸ ਨੇ ਉਹ ਡਿਲੇ ਹੁੰਦੀ ਹੈ, ਸਰਕਾਰ ਨੇ ਬੰਦ ਕਰਤੇ। ਪਰ ਹੁਣ ਦੁਬਾਰਾ ਸਰਕਾਰ ਨੇ ਫਿਰ ਇਸ ਨੂੰ ਰੀਸਟੋਰ ਕਰ ਦਿੱਤਾ। ਇਹ ਸੈਕਸ਼ਨ 114 ਦੇ ਵਿੱਚ ਕੀ ਹੈ, ਕਲੀਅਰ ਹੈ ਵੀ ਜੇ ਕੋਈ ਬੰਦਾ ਐਪਲੀਕੇਸ਼ਨ ਦਿੰਦਾ ਪਾਰਟੀਸ਼ਨ ਕਰਾਉਣ ਦੀ, ਜੇ ਦੂਜੀ ਪਾਰਟੀ ਕੋਈ ਆ ਕੇ ਪਾਰਟੀਸ਼ਨ ਕਰਵਾਉਣਾ ਚਾਹੁੰਦੀ ਆਪਦੇ ਕੇਸ ਦੀ, ਉਹ ਵੀ ਐਪਲੀਕੇਸ਼ਨ ਦੇ ਸਕਦਾ ਹੈ ਵੀ ਮੇਰੀ ਜ਼ਮੀਨ ਦੀ ਵੀ ਟੱਕ ਵੱਖਰਾ ਬਣਾਇਆ ਜਾਵੇ। ਤਾਂ ਉਹ ਜਿਹੜਾ ਵਿਅਕਤੀ ਹੈ ਉਹ ਰਿਸਪੋਂਡੈਂਟ ਵਿੱਚੋਂ ਨਿਕਲ ਕੇ ਉਹ ਐਪਲੀਕੈਂਟ ਬਣ ਜਾਂਦਾ ਹੈ, ਉਹਦਾ ਵੀ ਖੁਰਾ, ਉਹਦਾ ਵੀ ਟੱਕ ਵੱਖਰਾ ਬਣਾਇਆ ਜਾ ਸਕਦਾ ਹੈ। ਠੀਕ ਹੈ ਜੀ, ਕਲੀਅਰ ਹੈ। नेक्स्ट है जी सेक्शन 115। 115 च की है जी एब्सोल्यूट डिसअलाउंस ऑफ पार्टीशन। ये जो 115 सैक्शन है इनफैक्ट ये जो है असी इंसर्ट करता गवर्नमेंट ने 112 ਦੇ ਵਿੱਚ 112 ਚ ਲਿਖਿਆ, मैं ਤੁਹਾਨੂੰ ਨੋਟ ਕਰਾਇਆ ਸੀਗਾ क्लॉज AA कॉमन पाथ कॉमन वाटर कोर्स places of commonly used डिसअलाउ किए जा सकते हैं। 115 ਦੇ ਵਿੱਚ ਇਹ absolute disallowance of the partition after examining such of the co-sharers and the other persons, if he is of the opinion that there is good and sufficient cause why the partition should be absolutely disallowed is use application। ਉਹੀ ਗੱਲ ਆ ਗਈ ਇੱਥੇ ਵੀ ਜੇਕਰ ਰੈਵਨਿਊ ਆਫਿਸਰ ਨੂੰ ਲੱਗਦਾ ਹੈ ਕਿ ਕੋਈ ਪਾਥ ਹੈ, ਕੋਈ ਵਾਟਰ ਕੋਰਸ ਹੈ, मतलब कि ये ਉਹਦੇ ਨਾਲ ਮਿਲਦਾ ਜੁਲਦਾ ਸੈਕਸ਼ਨ ਆ ਗਿਆ ਵੀ ਉਸ ਨੂੰ ਅਸੀਂ ਰੈਵਨਿਊ ਆਫਿਸਰ ਡਿਨਾਈ ਕਰ ਸਕਦਾ ਹੈ। ਮੇਨ ਪੁਆਇੰਟ ਦੋ ਹੀ ਰੱਖੇ ਨੇ ਵੀ ਕਾਮਨ ਪਾਥ ਹੋਵੇ ਤੇ ਕਾਮਨ ਵਾਟਰ ਕੋਰਸ ਹੋਵੇ, ਪਾਣੀ ਦਾ ਸਾਧਨ ਹੋਵੇ ਤੇ ਜਾਂ ਕੋਈ ਰਸਤਾ ਹੋਵੇ, ਉਹਨੂੰ ਡਿਸਅਲਾਉ ਕੀਤਾ ਜਾ ਸਕਦਾ ਹੈ। ਪ੍ਰੋਸੀਜਰ ਫਾਰ ਐਡਮਿਸ਼ਨ ਆਫ ਐਪਲੀਕੇਸ਼ਨ। ਹੁਣ ਦੇਖੋ एप्लीकेशन आ गई, रिप्लाई आ गई, ठीक है जी। हुण असीं अगे फर्दर मूव करांगे। सब तो पहला असीं जदों रिप्लाईਆਂ लोकां ਦੀਆਂ आ गईਆਂ पार्टी शेयर होल्डर्स ਦੀਆਂ जदों रिप्लाई आ गईਆਂ सर हाँ जी सर हाँ जी हाँ 115 ए सर 115 ए ऐड कर ਦਿੱਤਾ ਕੋਈ सेटलमेंट ऑफ डिस्प्यूट बाय मेडिएशन ਇਹਦੇ ਨਾਲ ਨਾ ਮੈਂ ਸੁਣੋ ਸੈਕਸ਼ਨ 89 ਹੈ ਸੀਪੀਸੀ ਦਾ। ਤੁਸੀਂ ਇੱਥੇ ਆਪਣੇ 115 ਦੇ ਲਵੇ ਨੋਟ ਕਰ ਲਓ ਸਾਈਡ ਤੇ ਸੈਕਸ਼ਨ 89 ਸੀਪੀਸੀ ਪਾਰਟੀਸ਼ਨ ਬਾਈ ਮੈਡੀਏਸ਼ਨ, ਸਮਝੌਤੇ ਰਾਹੀਂ, ਰੀਕਨਸੀਲੀਏਸ਼ਨ ਰਾਹੀਂ, ਪਾਰਟੀਸ਼ਨ ਬਾਈ ਮੈਡੀਏਸ਼ਨ मतलब कि ਇਹ ਹੈਗਾ ਵੀ ਕੋਰਟ ਤੋਂ ਬਾਹਰ। कोशिश ये होनी चाहिए है रेवन्यू ऑफिसर की भी केस ਨੂੰ मूव करने तो पहला जेकर कोई मैडिएशन कोई चार बंदे इकट्ठे करके दो बंदे साझे बंदे करके इकट्ठे दो बंदे साझा ਜਿਹੜਾ ਹੈਗਾ मतलब कि ਉਹ ਸਾਰਿਆਂ ਨੂੰ ਇਕੱਠੇ ਕਰਕੇ ਸੌਂਪ ਦਿੱਤਾ ਹੈ ਵੀ ਤੁਸੀਂ ਇਹਨਾਂ ਦਾ ਸਮਝੌਤਾ ਕਰਵਾ ਦਿਓ, ਤੁਸੀਂ ਇਹਨਾਂ ਦੀ ਤਕਸੀਮ ਕਰਵਾ ਦਿਓ। ਇਹਦੇ ਉੱਪਰ ਵੀ ਰੈਵਨਿਊ ਆਫਿਸਰ ਨੂੰ ਇਹ ਕਿਹਾ ਵੀ ਕੰਮ ਕਰਨਾ ਚਾਹੀਦਾ ਹੈਗਾ ਤਾਂ ਕਿ ਲੰਮਾ ਸਮਾਂ ਪਾਰਟੀਸ਼ਨ ਚੱਲਦੀ ਰਹੇ, साल 2 साल 3 साल 4 साल पार्टीशन चलती रहे, ठीक तक फिर समझौता हो। इस सरकार ने जोर दिता है जिवें सीपीसी के सैक्शन 89 है, तुसीं सैक्शन 89 का इत्थे हवाला दे लो जी। सैक्शन 89 सीपीसी मेडिएशन एंड कंसीलिएशन मतलब समझौता सिंपल भाषा दे विच भी जे कोई साझा बंदा पार्टियां दा आपस समझौता करा दे, माड़ा मोटा घाटा वाधा करके, जे किसी कोल किला वधदा चल तूं यार किला अद्धा किला दे दे, अद्धा पहले इन्हां च वंड दे, अद्धा किला तू रख लै, इदां दा समझौता कोई पार्ट करवा देवे। विचकारला कोई साझा पिंड दा सरपंच कोई नंबरदार दो बंदे वो दे देवे, दो बंदे वो दे देन, दूजी पार्टियां दे देन। ये मतलब कि एक रेवन्यू ऑफिसर नूं एफर्ट्स करना चाहिए कि कोर्ट केस चलाने की बजाय पार्टियां दा आपसी समझौता हो जाए। ये सैक्शन 115 च इंक्लूड किया जी। अगे आ गए प्रोसीजर। हुण पार्टीशन दा प्रोसीजर चलेगा।
अर्जियां आ गई, पार्टीशन की अर्जी आ गई, अर्जी के नाल की है समनिंग हो गई, समनिंग का प्रोसैस पूरा हो गया। समनिंग का प्रोसैस पूरा होने तो बाद दूजियां पार्टियां जिहड़ियां अपील हुई कोर्ट दे विच उन्होंने अपने अपने जवाब दिते। 30 दिन के अंदर अंदर रिप्लाई देनी होंदी है। दूजियां पार्टियां ने रिप्लाई दी। रिप्लाई जो आ गई तो रिप्लाई में देखना है रेवन्यू ऑफिसर ने भी इस खेवड़ दे विच की प्रॉब्लम ने, पार्टियां की कह रही ने। हुण अगर क्वेश्चन ऑफ टाइटल 2 पॉइंट्स देखने ने इत्थे जी। सेक्शन 116 है जी, 2 पॉइंट्स नोट कर लो, क्वेश्चन ऑफ टाइटल एंड क्वेश्चन ऑफ मोड ऑफ पार्टीशन। क्वेश्चन ऑफ टाइटल की हुंदा है? क्वेश्चन ऑफ टाइटल भी जमीन दे विच मालकी का कोई झगड़ा तो नहीं है खेवड़ दे विच, कि किसी की कोई विरासत हुई होवे, विरासत का कोई डिस्प्यूट तो नहीं चल रहा, कि किसी ने बंदे ने जमीन का खरीदी हुई 4 किले, वो तो गलती नाल इंतकाल 3 किलियां दा हो गया होवे, इदां दा कोई झगड़ा तो नहीं पिया हुआ खेवड़ दे विच। रेवन्यू ऑफिसर ने देखना भी क्वेश्चन ऑफ टाइटल क्लीयर है, सारे की मालकी का हक, कोई 4 भरा ने, 4 का बापू के नाम से जमीन सी, 4 का एक बड़े 4 हिस्सा, ठीक है, ओके है, कोई दिक्कत नहीं, मतलब मालकी का कोई झगड़ा नहीं। जेकर कोई पार्टी आके रेवन्यू ऑफिसर को सैटिस्फाई करा दी है भी साडा तां जी मालकी का झगड़ा है, उसकी जिहड़ी विरासत है ए परसन की विरासत 20 वानी सी, झूठी वसीयत बना के सी कोल चली गई सारी सारी जमीन, वो असीं चैलेंज की भी है कोर्ट दे विच, ਉਹਦਾ ਝਗੜਾ अलग तौर पर चलता पाया। जेकर रेवन्यू ऑफिसर जी सैटिस्फाई हो इस गल पे भी बाकी जी मैं पार्टीशन करांगा तो वह पार्टीशन गलत होएगी। जेकर रेवन्यू ऑफिसर सैटिस्फाई हो तो क्वेश्चन ऑफ टाइटल को पहला डिसाइड करना होंदा है। क्वेश्चन ऑफ टाइटल को डिसाइड करके ही पार्टीशन करनी वाजिब होंदी है। तो रेवन्यू ऑफिसर तुसीं सारे भली भांत जानते हो, तुहानूं सारा पता हैगा भी ये पार्टीशन करनी चाहिए या नहीं करनी चाहिए, ठीक है जी। रेवन्यू ऑफिसर को लगे भी पार्टीशन करके कोई इफेक्ट नहीं पैंदा, फर्दर किसी गल से कोई प्रभाव नहीं पेगा, तो पार्टीशन को अगे बढ़ाना चाहिए। जो लगता है भी पार्टीशन करने तो पहला जो मालकी का डिस्प्यूट है वो डिसाइड होना चाहिए, तो मालकी के डिस्प्यूट को पहला डिसाइड करना चाहिए, पार्टीशन को फर्दर मूव करने तो पहला। असीं 7 साल खराब कर दिए पार्टीशन करते करते, अखीर ते आके साडी पार्टीशन करी करी सारी बेकार हो जाए, क्वेश्चन ऑफ टाइटल दे डिसाइड हो जाए किसी पार्टी के हक च दूजी पार्टी के हक दे विच। क्वेश्चन ऑफ टाइटल को डिसाइड कौन कर सकता है? रेवन्यू ऑफिसर राही सिविल कोर्ट पार्टियां भेज सकते भी पहला सिविल कोर्ट से जो मुकदमा चल रहा है उन्होंने डिसाइड करा के लेके आओ, जिहदे हक च फैसला होएगा उस तो बाद तुसीं अर्जी दिओ, पार्टीशन तां तुहाडी होएगी। जां इत्थे एक क्लॉज ये भी हैगी है भी रेवन्यू ऑफिसर सू मोटो, रेवन्यू ऑफिसर अपनी कोर्ट नूं सिविल कोर्ट दे तरह जो चाहे तो रेवन्यू ऑफिसर अपनी कोर्ट नूं सिविल कोर्ट दी पावरां दे राही, मतलब सीपीसी दी पावर्स मिल जांदियां रेवन्यू ऑफिसर कोले। जे क्वेश्चन ऑफ टाइटल नूं रेवन्यू ऑफिसर आप डिसाइड करना चाहता होवे तां ओही प्रोसैस जो सिविल कोर्ट दे जज अडॉप्ट करते हैं वही प्रोसैस रेवन्यू ऑफिसर खुद भी अपनी कोर्ट दे अडॉप्ट कर सकता है। जिवें कि किवें उस क्वेश्चन ऑफ टाइटल डिसाइड करने दी एप्लीकेशन कंसर्न पार्टी दी, रिप्लाई दूजी पार्टी दी, फिर उहदे इशू फ्रेम करेगा भी किहड़े-किहड़े इशू बनेंगे इस केस दे विच, इशूआं नूं फिर जवाब, इशूआं दी डिसीजन, दोनों पार्टी दी आर्गूमेंट्स, रिटन रिप्लाई है जी, ओरल रिप्लाई, ओरल आर्गूमेंट्स, वो सारा लैके रेवन्यू ऑफिसर एक डिग्री पास कर सकता है। वो जी डिग्री होएगी जिवें सीपीसी के जिहड़े सिविल कोर्ट के जज ने डिग्री पास करते हैं वही महत्ता होएगी, डिग्री उदा ही पास होएगी। उस जी डिग्री रेवन्यू ऑफिसर जो कोई पास करता है, वैसे किसी ने की नहीं, मैंने लगता है रेवन्यू ऑफिसर ने, मैं तो कभी देखी नहीं भी किसी क्वेश्चन ऑफ टाइटल डिसाइड किया हो, क्योंकि प्रोसैस बहुत लंबा चौड़ा है। असीं ज़्यादा इस पासे जाण तो गुरेज करते हैं। तो जी डिग्री है ये रेवन्यू ऑफिसर ने किसी ने पास कर दी और डिग्री पास की जी अपील है फिर सैशन कोर्ट जाएगी, रेवन्यू ऑफिसर को अपील नहीं फाइल होएगी, क्योंकि क्वेश्चन ऑफ टाइटल तुसीं एज ए सिविल कोर्ट डिसाइड किया है। आपको जानकारी होनी चाहिए हर चीज़ की, अगे करिए चाहे ना करिए, गल वक्री है, ठीक है। उसकी जी अपील है फर्दर सैशन कोर्ट जानी है, एज ए सिविल कोर्ट तो डिग्री पास होगी, उसकी फर्दर अपील उतनी जानी है सैशन कोर्ट, हाई कोर्ट, सुप्रीम कोर्ट, इदा जानी है। चाहे तुसीं एज ए बीइंग ए रेवन्यू ऑफिसर डिग्री पास की, पर तुसीं बीइंग विद द पावर्स ऑफ
CPC ਦੇ ਅਧੀਨ ਤੁਹਾਡੇ ਕੋਲ ਸਿਵਲ ਕੋਰਟ ਦੀਆਂ ਪਾਵਰਸ ਆ ਜਾਂਦੀਆਂ ਜੋ ਤੁਸੀਂ ਤਾਂ ਦਾ ਕੇਸ ਨੂੰ ਡਿਸਾਈਡ ਕਰਦੇ ਹੋ। ਜ਼ਿਆਦਾਤਰ ਕੀ ਹੁੰਦਾ ਅਸੀਂ ਇਹੀ ਕਹਾਂਗੇ ਵੀ ਤੁਸੀਂ ਆਪਦਾ ਸਿਵਲ ਕੋਰਟ ਤੋਂ ਇਹ ਡਿਸਾਈਡ ਕਰਵਾ ਕੇ ਲੈ ਕੇ ਆਓ। ਡਿਸੀਜਨ ਹੋਣ ਤੋਂ ਬਾਅਦ ਜਿਹੜਾ ਤੁਹਾਡਾ ਪਾਰਟੀਸ਼ਨ ਦਾ ਜਿਹੜਾ ਕੇਸ ਹੈ ਫਰਦਰ ਮੂਵ ਅੱਗੇ ਕਰੇਗਾ। ਠੀਕ ਹੈ ਜੀ, ਇਹ ਹੋਇਆ ਕੁਐਸਚਨ ਆਫ ਟਾਈਟਲ। ਇਟ ਇਜ਼ ਵੈਰੀ ਇੰਪੋਰਟੈਂਟ। ਜੇ ਕੁਐਸਚਨ ਆਫ ਟਾਈਟਲ ਹੈਗਾ ਉਹਨੂੰ ਡਿਸਾਈਡ ਕਰਨ ਤੋਂ ਬਿਨਾਂ ਤੁਸੀਂ ਅੱਗੇ ਪਾਰਟੀਸ਼ਨ ਦੇ ਕੇਸ ਨੂੰ ਵਧਾਉਣ ਦਾ ਗੁਰੇਜ਼ ਕਰਨਾ ਚਾਹੀਦਾ ਹੈ। ਇੱਥੇ ਸਾਨੂੰ ਲੱਗਦਾ ਹੋਵੇ ਵੀ ਇਹ ਵਾਕਈ ਕੁਐਸਚਨ ਆਫ ਟਾਈਟਲ ਇਨਵੋਲਵ ਹੈਗਾ। ਕਈ ਵਾਰੀ ਕੀ ਹੁੰਦਾ ਕਈ ਲੋਕ ਪਾਰਟੀਸ਼ਨ ਨੂੰ ਡਿਲੇ ਕਰਨ ਦੀ ਖਾਤਰ ਐਪਲੀਕੇਸ਼ਨ ਦੇ ਦਿੰਦੇ ਨੇ ਸਿਵਲ ਕੋਰਟ ਦੇ ਵਿੱਚ ਤਾਂ ਕਿ ਜਿਹੜਾ ਰੈਵਨਿਊ ਆਫੀਸਰ ਹੈ ਉਸ ਨੂੰ ਕੇਸ ਨੂੰ ਡਿਲੇ ਕਰ ਦੇਵੇ। ਮੇ ਬੀ ਰੈਵਨਿਊ ਸਿਵਲ ਕੋਰਟ 'ਚ ਕੋਈ ਐਪਲੀਕੇਸ਼ਨ ਪੈਂਡਿੰਗ ਹੈਗੀ ਹੈ ਪਰ ਤੁਹਾਡੀ ਜਿਹੜੀ ਪਾਰਟੀਸ਼ਨ ਹੈ ਉਹਦੇ ਤੇ ਕੋਈ ਰੁਕਾਵਟ ਨਹੀਂ ਹੈ, ਤੁਸੀਂ ਪਾਰਟੀਸ਼ਨ ਕਰੋਗੇ। ਜੇ ਤੁਹਾਨੂੰ ਲੱਗਦਾ ਹੈ ਵਾਕਈ ਇਹ ਕੁਐਸਚਨ ਆਫ ਟਾਈਟਲ ਇਨਵੋਲਵ ਹੈਗਾ ਫਿਰ ਤੁਸੀਂ ਆਰਡਰ ਪਾਸ ਕਰ ਸਕਦੇ ਹੋ। ਤੁਸੀਂ ਸਪੈਸੀਫਿਕ ਆਰਡਰ ਪਾਸ ਕਰੋਗੇ ਵੀ ਇਹਦੇ ਵਿੱਚ ਆ ਜਿਹੜਾ ਹੈਗਾ ਕੁਐਸਚਨ ਆਫ ਟਾਈਟਲ ਇਨਵੋਲਵ ਹੈਗਾ ਤੇ ਇਸ ਕਰਕੇ ਪਾਰਟੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਵੀ ਇਹ ਕੁਐਸਚਨ ਆਫ ਟਾਈਟਲ ਸਿਵਲ ਕੋਰਟ ਤੋਂ ਡਿਸਾਈਡ ਕਰਵਾ ਕੇ ਲੈ ਕੇ ਆਉਣ। ਫਿਰ ਇਹ ਪਾਰਟੀਸ਼ਨ ਬੰਦ ਚੱਲੇਗੀ ਫਾਰ ਦਾ ਟਾਈਮ ਬਿੰਗ। ਜਿਹੜੀ ਇਹ ਹੈ ਜਿਹੜਾ ਕੇਸ ਹੈ ਸਾਈਨ ਡਾਈ ਕੀਤਾ ਜਾਂਦਾ ਹੈ ਉਹਨੂੰ ਪੈਂਡਿੰਗ ਰੱਖ ਸਕਦੇ ਹੋ ਤੁਸੀਂ। ਸਾਈਨ ਡਾਈ SINEDIE ਜਿਹੜਾ ਕੇਸ ਹੈ ਫਾਰ ਦਾ ਟਾਈਮ ਬਿੰਗ ਸਾਈਨ ਡਾਈ ਕੀਤਾ ਜਾਂਦਾ ਹੈ ਤੇ ਪਾਰਟੀਜ਼ ਆਰ ਡਾਇਰੈਕਟਡ ਟੂ ਡਿਸਾਈਡ देयर ਕੁਐਸਚਨ ਆਫ ਟਾਈਟਲ ਫਰਮ ਦਾ ਸਿਵਲ ਕੋਰਟ। ਉਹਦੇ ਦੇ ਕੇਸ ਨੂੰ ਤੁਸੀਂ ਬੰਦ ਕਰ ਦਿਓ। ਠੀਕ ਹੈ ਜੀ, ਜੇ ਤੁਹਾਨੂੰ ਲੱਗਦਾ ਵੀ ਨਹੀਂ ਹੈ ਤਾਂ ਤੁਸੀਂ ਕੇਸ ਨੂੰ ਰਨਿੰਗ ਰੱਖੋਗੇ, ਚੱਲਦਾ ਰੱਖੋਗੇ ਆਪਣੇ ਕੇਸ ਨੂੰ। ਸਰ ਸਾਈਨਾ ਡਾਈ ਕਿਹੜੇ ਐਕਟ ਦੇ ਆਪਣੇ ਕਿਹੜੇ ਧਾਰਾ ਦੇ ਅਧੀਨ ਕਰਨਾ? ਇਹਦੀ ਧਾਰਾ ਇਹ ਤਾਂ ਪਰ ਫੈਸਲਾ ਹੋ ਗਿਆ। ਅਸੀਂ ਕੇਸ ਨੂੰ ਪੈਂਡਿੰਗ ਰੱਖ ਲਿਆ, ਡਿਸਾਈਡ ਕਰ ਦਿੱਤਾ, ਕੇਸ ਨੂੰ ਬੰਦ ਕਰਤਾ, ਉੱਥੇ ਡਿਸੀਜਨ ਹੈ ਸਾਡਾ। ਠੀਕ ਹੈ ਜੀ, ਇਹ ਸਾਡਾ ਡਿਸੀਜਨ ਹੈ। ਕਿਹੜੀ ਸੈਕਸ਼ਨ ਤੇ ਲੱਗੇਗੀ ਮੈਂ ਦੇਖ ਕੇ ਤੁਹਾਨੂੰ ਦੁਬਾਰਾ ਦੱਸ ਦਾਂਗਾ ਬਾਅਦ ਚ। ਪਰ ਇਹ ਰੈਵਨਿਊ ਆਫੀਸਰ ਦੀ ਡਿਸੀਜਨ ਹੈ ਜਿਹੜਾ ਕਿ ਨੋਟਿਸ ਹੋ ਗਿਆ, ਨੋਟਿਸ ਤੋਂ ਬਾਅਦ ਐਬਸੋਲੂਟ ਡਿਸਅਲਾਉਂਸ ਹੋ ਗਿਆ। ਜਿਵੇਂ ਸੈਕਸ਼ਨ 115 ਚ ਆਪਾਂ ਡਿਸਅਲਾਉਂਸ ਕਰਦੇ ਹਾਂ ਵੀ ਮੈਂ ਪਾਰਟੀਸ਼ਨ ਨਹੀਂ ਕਰਨੀ, ਡਿਸਅਲਾਉ ਕਰਦੇ ਹਾਂ ਚੀਜ਼ ਨੂੰ। ਠੀਕ ਹੈ ਜੀ, 115 ਲੱਗੀ ਦੇ ਤੇ ਐਬਸੋਲੂਟ ਡਿਸਅਲਾਉਂਸ, ਉਹਦੇ ਤੇ ਕਾਰਨ ਦੱਸਿਆ ਹੋਇਆ ਵਾਟਰ ਕੋਰਸ ਵਗੈਰਾ ਦਾ। ਠੀਕ ਹੈ, ਇਹਦੇ ਤੇ ਕਾਰਨ ਇਹ ਹੋ ਗਿਆ ਤੁਹਾਡਾ ਰੀਜ਼ਨ, ਸੂਟੇਬਲ ਰੀਜ਼ਨ। ਜੇ ਕੋਈ ਰੀਜ਼ਨ ਲੱਗੇ ਰੈਵਨਿਊ ਆਫੀਸਰ ਨੂੰ, ਜਿਵੇਂ ਦੇਖੋ ਇੱਥੇ ਲਿਖਿਆ ਹੋਇਆ if he is of the opinion, ਇੱਥੇ ਰੈਵਨਿਊ ਆਫੀਸਰ ਦੀ ਗੱਲ ਕੀਤੀ ਗਈ ਹੈ। if he is of the opinion that there is good and sufficient cause why partition should be absolutely disallowed or refuse the application, recording the grounds of his refusal, वो अपने ग्राउंड लिखेगा। ठीक है, भी मैं क्या इसनों वो कर रहे हैं, डिसअलाउ कर रहे हैं, 115 ਦੇ ਸੈਕਸ਼ਨ ਦੇ ਤਹਿਤ ਕਰ ਸਕਦੇ ਹਾਂ। ਨੈਕਸਟ ਆ ਗਿਆ ਜੀ, ਮੰਨ ਲਓ ਕੁਐਸਚਨ ਆਫ ਟਾਈਟਲ ਇਨਵੋਲਵ ਨਹੀਂ ਹੈਗਾ ਕੇਸ ਦੇ ਵਿੱਚ, then we will move further। ਇਹਦੇ ਤੇ ਕਾਫੀ ਹੈਗਾ ਜੀ ਲੰਮਾ ਚੌੜਾ। ਮੋਡ ਆਫ ਪਾਰਟੀਸ਼ਨ ਬਾਰੇ ਮੈਂ ਚਾਹਾਂਗਾ ਅਸੀਂ ਕੱਲ ਡਿਸਕਸ ਕਰੀਏ ਕਿਉਂਕਿ ਕਾਫੀ ਡਿਟੇਲ ਦੇ ਵਿੱਚ ਹੁੰਦੀ ਹੈ ਜੀ ਮੋਡ ਆਫ ਪਾਰਟੀਸ਼ਨ ਦੀ। ਇਹ ਵੈਰੀ ਇੰਪੋਰਟੈਂਟ ਪਾਰਟ ਹੈ ਪਾਰਟੀਸ਼ਨ ਦਾ। ਤੇ ਜਿਹੜਾ ਅੱਜ ਦਾ ਜਿਹੜਾ ਇਹ ਸਾਡਾ ਲੈਂਡ ਰੈਵਨਿਊ ਐਕਟ ਦਾ ਜਿਹੜਾ ਚੈਪਟਰ ਹੈ ਮੈਂ ਇੱਥੇ ਕਲੋਜ਼ ਕਰਨਾ ਚਾਹਾਂਗਾ। ਅਸੀਂ ਹੁਣ 8:30 ਵਜੇ ਮੇਰੇ ਖਿਆਲ ਹੈ ਜੀ। ਸਰ ਮੇਰਾ ਇੱਕ ਕੁਐਸਚਨ ਸੀਗਾ ਜੀ। ਸਰ ਜਨਾਬ ਨੇ ਕਿਹਾ ਕਿ 100 ਸੈਕਸ਼ਨ 14 ਤਹਿਤ ਰਿਸਪੋਂਡੈਂਟ ਜਿਹੜਾ ਐਪਲੀਕੈਂਟ ਬਣ ਸਕਦਾ ਜੀ। ਤੇ ਐਕਸ ਪਾਰਟੀ ਸਰ ਲਿਖਿਆ ਕਿ ਰੈਵਨਿਊ ਅਫਸਰ ਕਿਸੇ ਵੀ ਸਟੇਜ ਤੇ ਬਿਨੇ ਪੱਤਰ ਲੈ ਕੇ ਜਿਹੜੀ ਸਟੇਜ ਤੇ ਕੇਸ ਚੱਲ ਰਿਹਾ ਉਸ ਤਰੀਕ ਤੇ ਉਹ ਬੰਦੇ ਨੂੰ ਜੁਆਇਨ ਕਰ ਸਕਦਾ। ਸਰ ਇਹ ਰੈਸਪੋਂਡੈਂਟ ਜਿਹੜਾ ਹੈਗਾ ਵਾ ਉਹ ਸਾਂਝੇ ਖਾਤੇ ਦਾ ਦੇ ਵਿੱਚ ਆਵੇ ਤੇ ਐਪਲੀਕੈਂਟ ਬਣ ਕੇ ਉਹਦਾ ਖਾਤਾ ਕਿੱਦਾਂ ਅਲੱਗ ਕੀਤਾ ਜਾਏਗਾ ਜਦੋਂ ਪਾਸ ਕੀਤਾ ਜਾਏਗਾ ਵੀ ਤਕਸੀਮ ਦੇ ਖਾਤੇ ਵਿੱਚ ਨਹੀਂ ਪੈਣਾ? ਜਦੋਂ ਨਾ ਆਪਾਂ ਨੋਟਿਸ ਕਰਵਾਇਆ ਪਾਰਟੀਆਂ ਨੂੰ, ਜਦੋਂ ਅਸੀਂ ਪਾਰਟੀਆਂ ਨੂੰ ਨੋਟਿਸ ਕਰਵਾਇਆ, ਕੁਝ ਪਾਰਟੀਆਂ ਜਦੋਂ ਅਸੀਂ ਪਾਰਟੀਆਂ ਨੂੰ ਸਮਨਿੰਗ ਕਰਵਾਈ, ਨੋਟਿਸ ਕਰਵਾਇਆ, ਕੁਝ ਪਾਰਟੀਆਂ ਕਹਿੰਦੀਆਂ ਵੀ ਇਹ ਪਾਰਟੀਸ਼ਨ ਹੋਣੀ ਨਹੀਂ ਚਾਹੀਦੀ, ਆਪਣੀ ਰਿਪਲਾਈ ਦਿੰਦੀਆਂ ਨੇ। ਕੁਝ ਪਾਰਟੀ ਕਹਿੰਦੇ ਇਹ ਪਾਰਟੀਸ਼ਨ ਹੋਣੀ ਨਹੀਂ ਚਾਹੀਦੀ, ਸਾਡੀ ਤਾਂ ਖਾਨਗੀ ਤਕਸੀਮ, ਸਾਡੀ ਘਰੇਲੂ ਤਕਸੀਮ ਹੋਈ ਵੀ ਹੈ, ਸਾਡੀ ਭਾਈਵੰਡ ਹੋਈ ਵੀ ਹੈ।
ਕੁਝ ਪਾਰਟੀਆਂ ਕਹਿੰਦੇ ਜਿਹਦੇ ਕੋਲੇ ਦੇਖੋ ਉਹਦੇ ਚ ਕੀ ਹੋ ਸਕਦਾ ਹੈ, ਇੱਕ ਪਾਰਟੀ ਕੋਲੇ ਜਿਹੜੀਆਂ ਰਿਸਪੋਂਡੈਂਟ ਨੇ ਕਿਸੇ ਪਾਰਟੀ ਕੋਲੇ ਰਕਬਾ ਜ਼ਿਆਦਾ ਹੋ ਸਕਦਾ ਹੈ, ਕਿਸੇ ਕੋਲੇ ਉਹਦਾ ਜਿਹੜਾ ਤੱਕ ਹੈ ਸਫੀਸ਼ੀਐਂਟ ਹੋ ਸਕਦਾ, ਵਧੀਆ ਹੋ ਸਕਦਾ ਹੈ। ਉਹ ਕਹਿੰਦਾ ਪਾਰਟੀ ਹੋ ਜਾਵੇ ਮੈਨੂੰ ਵਧੀਆ ਫਾਇਦਾ ਮੈਨੂੰ, ਉਹ ਪਾਰਟੀ ਕਹਿ ਸਕਦੀ ਵੀ ਮੇਰੀ ਪਾਰਟੀਸ਼ਨ ਹੋ ਜਾਵੇ। ਦੋ ਪਾਰਟੀ ਕਹਿੰਦੇ ਸਾਡੀ ਪਾਰਟੀਸ਼ਨ ਹੋਵੇ ਨਾ, ਇੱਕ ਪਾਰਟੀ ਕਹਿੰਦੇ ਵਿੱਚ ਪਾਰਟੀਸ਼ਨ ਹੋ ਜਾਵੇ। ਉਹ ਜਦੋਂ ਪਾਰਟੀ ਐਪਲੀਕੇਸ਼ਨ ਦਿੰਦੀ ਹੈ, ਰਿਪਲਾਈ ਦਿੰਦੀ ਹੈ ਵੀ ਮੇਰੀ ਵੀ ਪਾਰਟੀਸ਼ਨ ਹੋ ਜਾਵੇ, ਮੇਰਾ ਵੀ ਟੱਕ ਲੱਗ ਬਣਾਇਆ ਜਾਵੇ, ਤਾਂ ਅਸੀਂ ਉਸ ਨੂੰ ਰਿਸਪੋਂਡੈਂਟ ਦੀ ਜਗ੍ਹਾ ਤੇ ਐਪਲੀਕੈਂਟ ਬਣਾ ਲੈਂਦੇ ਹਾਂ। ਸਾਰਾ ਜਿੱਦਾਂ ਨਾਲੇ ਇਕੱਲੇ ਜੇ ਸਾਹਮਣੇ ਹੀ ਹੋਈ ਆ ਨਾ, ਅਜੇ ਤਾਂ ਅੱਗੇ ਨਕਸ਼ਾ ਆੜਾ ਬਣਨਾ ਹੈ, ਅਜੇ ਤਾਂ ਬਹੁਤ ਕੁਝ ਬਣਨਾ ਹੈ। ਅਜੇ ਤਾਂ ਇਨੀਸ਼ੀਅਲ ਸਟੇਜ ਹੈ। ਇਨੀਸ਼ੀਅਲ ਸਟੇਜ ਤੇ ਇੱਕ ਪਾਰਟੀ ਆ ਕੇ ਕਹਿੰਦੀ ਵੀ ਮੇਰੀ ਤਕਸੀਮ ਕਰ ਦਿਓ, ਤਾਂ ਰੈਵਨਿਊ ਆਫੀਸਰ ਸਰਕਾਰ ਨੇ 2011 ਚ ਅਮੈਂਡਮੈਂਟ ਕਰਤੀ ਸੀਗੀ ਵੀ ਤੁਸੀਂ ਉਹਨੂੰ ਐਜ਼ ਏ ਰਿਸਪੋਂਡੈਂਟ ਹੀ ਟ੍ਰੀਟ ਕਰੋ। ਰਿਸਪੋਂਡੈਂਟ ਟ੍ਰੀਟ ਕਰਨਾ ਮਤਲਬ ਕੀ ਹੋਇਆ, ਸੁਣੋ ਦੇਖੋ ਧਿਆਨ ਨਾਲ। ਰਿਸਪੋਂਡੈਂਟ ਟ੍ਰੀਟ ਕਰਨਾ ਮਤਲਬ ਕੀ ਹੋਇਆ, ਜਿਸ ਬੰਦੇ ਨੇ ਅਰਜ਼ੀ ਦਿੱਤੀ ਉਹਦਾ ਟੱਕ ਵੱਖਰਾ, ਬਾਕੀਆਂ ਦਾ ਟੱਕ ਸਾਂਝਾ, ਸਾਰਿਆਂ ਦਾ। ਠੀਕ ਹੈ ਸਰ ਅੰਤ ਸਰ ਉਹ ਤਾਂ ਇਦਾਂ ਵੀ ਹੋ ਜਾਂਦਾ, ਮੇਰੇ ਕੋਲ ਨਕਸ਼ਾ ਆੜਾ ਬਣਨਾ ਆ ਗਿਆ, ਮਗਰੋਂ ਕੋਈ ਐਪਲੀਕੇਸ਼ਨ ਦੇਂਦਾ ਉਹ ਆਫੀਸਰ ਮਾਰਕ ਕਰ ਦਿੰਦਾ ਵੀ ਇਹਦੇ ਵੀ ਤੱਕ ਵੱਖਰਾ ਬਣਾ ਦਿਓ। ਨਹੀਂ ਏਦਾਂ ਨਹੀਂ, ਜੇ ਉਹ ਐਪਲੀਕੈਂਟ ਜੇ ਉਹ ਰਿਸਪੋਂਡੈਂਟ ਨੂੰ ਇਨੀਸ਼ੀਅਲ ਸਟੇਜ ਤੇ ਅਰਜ਼ੀ ਦਿੰਦਾ ਹੈ, ਉਹ ਜੇ ਉਹ ਰਿਸਪੋਂਡੈਂਟ ਇਨੀਸ਼ੀਅਲ ਸਟੇਜ ਤੇ ਅਰਜ਼ੀ ਦਿੰਦਾ ਹੈ ਤੇ ਰੈਵਨਿਊ ਆਫੀਸਰ ਉੱਤੇ ਆਰਡਰ ਕਰਦਾ ਹੈ, ਜਦੋਂ ਉਹ ਰਿਪਲਾਈ ਦਿੰਦਾ ਆਪਣੀ, ਰੈਵਨਿਊ ਆਫੀਸਰ ਆਰਡਰ ਕਰਦਾ ਹੈ ਵੀ ਯੂ ਵਿਲ ਬੀ ਟ੍ਰੀਟਡ ਐਜ਼ ਐਪਲੀਕੈਂਟ ਇਨ ਦਿਸ ਕੇਸ ਇਨ ਫਿਊਚਰ। ਠੀਕ ਹੈ, ਫਿਰ ਤੁਸੀਂ ਉਹਦਾ ਟੱਕ ਵੱਖਰਾ ਬਣਾ ਸਕਦੇ ਹੋ। ਜੇ ਹੈ ਤਾਂ ਉਹ ਰਿਸਪੋਂਡੈਂਟ, ਉਹ ਐਪਲੀਕੈਂਟ ਨਹੀਂ ਬਣਿਆ, ਤਾਂ ਤੁਸੀਂ ਉਹਦਾ ਟੱਕ ਵੱਖਰਾ ਨਹੀਂ ਬਣਾਉਣਾ। ਮੋਡ ਆਫ ਪਾਰਟੀਸ਼ਨ ਤੋਂ ਬਾਅਦ ਮਤਲਬ ਕਿਸੇ ਦੀ ਐਪਲੀਕੇਸ਼ਨ ਨਹੀਂ ਲੈਣੀ। ਨੋ ਏਦਾਂ ਤਾਂ ਫਿਰ ਕੇਸ ਡਿਸਾਈਡ ਨਹੀਂ ਹੁੰਦਾ। ਦੇਖੋ ਇੱਥੇ ਇਹੀ ਹੈ, ਰਿਸਪੋਂਡੈਂਟ ਤੇ ਐਪਲੀਕੈਂਟ ਦਾ ਫਰਕ ਕੀ ਹੈ। ਟੱਕ ਬਣੇਗਾ ਐਪਲੀਕੈਂਟ ਦਾ ਵੱਖਰਾ, ਰਿਸਪੋਂਡੈਂਟ ਦਾ ਟੱਕ ਬਣੇਗਾ ਸਾਂਝਾ ਸਾਰਿਆਂ ਦਾ। ਇੱਥੇ ਸਾਡੇ ਰੈਵਨਿਊ ਆਫੀਸਰਸ ਜਾਂ ਜਿਹੜੇ ਕਈ ਵਾਰੀ ਐਕਸਪੀਰੀਅੰਸ ਪੁਰਾਣਾ ਹੋਣ ਦੇ ਕਾਰਨ ਕਈ ਵਾਰੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਹਰ ਬੰਦਾ ਜਾ ਕੇ ਕਹਿੰਦਾ ਉਸ ਸਟੇਜ ਤੇ ਆ ਕੇ ਵਿਚਕਾਰ ਜਦੋਂ ਨਕਸ਼ਾ ਆੜਾ ਬਣਦਾ ਮੇਰਾ ਟੱਕ ਵੀ ਵੱਖਰਾ ਬਣਾਓ ਜੀ, ਮੇਰਾ ਟੱਕ ਵੀ ਵੱਖਰਾ ਬਣਾਓ। ਹੁੰਦਾ ਉਹ ਰਿਸਪੋਂਡੈਂਟ ਹੈ। ਜੇ ਤਾਂ ਉਹ ਇਨੀਸ਼ੀਅਲ ਸਟੇਜ ਤੇ ਅਰਜ਼ੀ ਦਿੰਦਾ ਸੀਗਾ ਵੀ ਹਾਂ ਜੀ ਮੈਨੂੰ ਤਕਸੀਮ ਮਨਜ਼ੂਰ ਹੈ, ਮੇਰੀ ਤਕਸੀਮ ਵੀ ਕੀਤੀ ਜਾਵੇ, ਉਹਦੀ ਅਰਜ਼ੀ ਜਿਹੜੀ ਹੈਗੀ ਹੈ ਉੱਥੇ ਆਰਡਰ ਪਾਸ ਹੋਣਾ ਜ਼ਰੂਰੀ ਹੈ ਵੀ he had to be presumed as applicant in future, ਵੀ ਇਹਨੂੰ ਰਿਸਪੋਂਡੈਂਟ ਦੀ ਪਰਿਭਾਸ਼ਾ ਚੋਂ ਕੱਢ ਕੇ ਇਹਨੂੰ ਐਪਲੀਕੈਂਟ ਬਣਾਇਆ ਜਾਂਦਾ ਹੈ। ਇਨ ਫਿਊਚਰ ਇਹ ਐਪਲੀਕੈਂਟ ਹੋਏਗਾ, ਇਹ ਰਿਸਪੋਂਡੈਂਟ ਨਹੀਂ ਹੋਵੇਗਾ, ਤਾਂ ਉਹਦਾ ਟੱਕ ਵੱਖਰਾ ਬਣ ਸਕਦਾ, ਅਦਰਵਾਈਜ਼ ਨਹੀਂ ਬਣੇਗਾ। ਅਦਰਵਾਈਜ਼ ਜਿੰਨੇ ਵੀ ਰਿਸਪੋਂਡੈਂਟ ਨੇ ਉਹਨਾਂ ਦਾ ਸਾਰਾ ਟੱਕ ਸਾਂਝਾ ਬਣੇਗਾ, ਐਪਲੀਕੈਂਟ ਦਾ ਟੱਕ ਵੱਖਰਾ ਬਣ ਜਾਏਗਾ। ਠੀਕ ਹੈ ਜੀ, ਕਲੀਅਰ ਹੈ? ਹੈਲੋ ਸਰ। ਹਾਂਜੀ ਹੈਲੋ ਹਾਂਜੀ ਹੈਲੋ ਹਾਂਜੀ। ਮੈਂ ਕਹਿੰਦਾ ਸਰ ਜੇ ਤਰੀਕਾ ਤਕਸੀਮ ਪਾਸ ਹੋ ਗਿਆ ਕੋਈ ਓਪਰਚੁਨਿਟੀ ਨਹੀਂ ਬੰਦੇ ਕੋਲ ਵੀ ਟੱਕ। ਆਪਾਂ ਤਰੀਕਾ ਤਕਸੀਮ ਦੇ ਅਜੇ ਪਹੁੰਚੇ ਨਹੀਂ, ਕੱਲ ਡਿਸਕਸ ਕਰੇ ਤਾਂ ਮੈਂ ਛੱਡਤਾ ਅੱਜ, ਕਿਉਂਕਿ ਲੰਮਾ ਹੈਗਾ ਤਰੀਕਾ ਤਕਸੀਮ ਦਾ, ਹੈ ਨਾ ਜੀ। ਇਹ ਮੈਂ ਅੱਜ ਆਪਾਂ ਡਿਸਕਸ ਉਹਨੂੰ ਜੇ ਕਰਦੇ ਤਾਂ ਉਹ ਡਿਟੇਲ 'ਚ ਨਹੀਂ ਹੋ ਬੰਦਾ, ਜਾਂ ਮੈਨੂੰ ਜਲਦੀ ਕਰਨੀ ਪੈਣੀ ਸੀਗੀ, ਇਸ ਕਰਕੇ ਮੈਂ ਉਹਨੂੰ ਜਲਦਬਾਜ਼ੀ ਨਹੀਂ ਕਰਵਾਉਣਾ ਚਾਹਾਂਗਾ, ਕਿਉਂਕਿ ਤਰੀਕਾ ਤਕਸੀਮ ਮੇਨ ਪਾਰਟ ਹੈ, ਪਾਰਟੀਸ਼ਨ ਦਾ ਬਹੁਤ ਹੀ ਇੰਪੋਰਟੈਂਟ ਪਾਰਟ ਹੈ। ਇਹਦੇ ਤੇ ਕੀ ਡਿਸੀਜਨ ਸਰਕਾਰ ਵੀ ਕਦੇ ਆਪਦੇ ਸਰਕਾਰ ਨੇ ਵੀ ਕੋਈ ਡਿਸੀਜਨ ਲਿਆ ਫਿਰ ਚੇਂਜ ਕੀਤਾ, ਫਿਰ ਡਿਸੀਜਨ ਲਿਆ ਫਿਰ ਚੇਂਜ ਕੀਤਾ। ਠੀਕ ਹੈ, ਤੇ ਇਹਨੂੰ ਆਪਾਂ ਡਿਟੇਲ 'ਚ ਕਰਾਂਗੇ ਕੱਲ ਨੂੰ। ਤੇ ਮੈਂ ਅੱਜ ਚਾਹਾਂਗਾ ਦੁਬਾਰਾ ਆਪਾਂ ਜਿਹੜਾ ਸੀਗਾ ਉਰਦੂ ਇਹ ਪੜ੍ਹਿਆ ਸੀਗਾ, ਇਹਦੀ ਰਿਵੀਜ਼ਨ ਕਰਾਉਣ ਦੀ ਕੋਸ਼ਿਸ਼ ਕਰਾਂਗੇ ਅੱਜ। ਉਰਦੂ ਦੀ ਰਿਵੀਜ਼ਨ ਨਵੇਂ ਸਿਰੇ ਤੋਂ ਆਪਾਂ, ਜੇ ਇਹਨੂੰ ਜ਼ਿਆਦਾ ਅੱਗੇ ਵਧਾਂਗੇ ਤਾਂ ਫਿਰ ਸਾਰਾ ਕਰਿਆ ਫਿਰ ਭੁੱਲ ਜਾਵਾਂਗੇ ਅਸੀਂ। ठंडा से कूलिंग ज्यादा होगी। है जी, देखो जी स्क्रीन आ गई ਤੁਹਾਡੇ मोबाइल से स्क्रीन आ गई जी। आ गई जी। और मेरे वाले से नहीं आई। एक मिनट ਅਸੀਂ ਦੁਬਾਰਾ ਰਿਵੀਜ਼ਨ ਕਰਾਂਗੇ ਜੀ। ਉਰਦੂ ਜਿਹਨਾਂ ਅਸੀਂ ਪੜ੍ਹਿਆ ਸੀ ਪਹਿਲਾਂ। ਆ ਗਈ ਸਕਰੀਨ ਦੇਖੋ।
आ गई सर, आ गई है, आ गई सारे जी? दे आ गई है। ओके। ठीक है सर, आ गई। ठीक है जी, दिख रहे हैं? हाँ जी। ਅਸੀਂ ਪੰਜਾਬੀ 'ਚ ਕਹਿੰਦੇ ਹਾਂ ਜੀ ਵਰਨਮਾਲਾ, ਅਸੀਂ ਉਰਦੂ 'ਚ ਕੀ ਕਹਿੰਦੇ ਆ? ਹਰੂਫ-ਏ ਤਹੱਜੀ। ਹਰੂਫ-ਏ ਤਹੱਜੀ ਇਹ ਪੰਜਾਬੀ ਭਾਸ਼ਾ ਦਾ ਵਰਡ ਹੈ ਜੀ। ਵਰਨਮਾਲਾ ਕਹਿੰਦੇ ਆ, ਜਿਵੇਂ ਆਪਾਂ ਊੜਾ ਆੜਾ ਈੜੀ ਕਹਿੰਦੇ ਆ, ਵਰਨਮਾਲਾ। ਠੀਕ ਹੈ ਜੀ। ਉਰਦੂ 'ਚ ਅਸੀਂ ਕਹਿੰਦੇ ਆ ਹਰੂਫ-ਏ ਤਹੱਜੀ। ਇਹ ਉਰਦੂ 'ਚ ਬੋਲਦੇ ਹਾਂ ਜੀ ਅਸੀਂ, ਹਰੂਫ-ਏ ਤਹੱਜੀ। ਪੰਜਾਬੀ 'ਚ ਅਸੀਂ ਕਹਿੰਦੇ ਆ ਵਰਨਮਾਲਾ। ਮੈਂ ਦੁਬਾਰਾ ਨਵੇਂ ਸਿਰ ਤੋਂ ਕਰਵਾਵਾਂਗਾ ਤਾਂ ਕਿ ਜਿਹੜਾ ਕੀਤਾ ਹੈ ਤੁਹਾਨੂੰ ਸਾਰਾ ਰਿਵਾਈਜ਼ ਦੁਬਾਰਾ ਹੋ ਜਾਵੇ। ਅਲਫ, ਬੇ, पे, ते, ते, से। देखो जी बड़ा सिंपल है। मैं तो तुम जिन्होंने भी पहला पेपर दिते हैं सारे इन्ना का आंदा ही है, सबने पढ़िया हुआ है। अलबे पे अलफ, बे, फर्क नुकतियां दी है जी, ज़्यादातर यूज वही होंदा है। स्ट्रक्चर नुकते चेंज होने नाल जिहड़ा हैगा वर्ड बदल जाता है। अलफ, बे, पे, ते, ते, से। आगे आ गया जी जीम, चे, हे, खे, दाल, दाल, चा। देखो जी बहुत बार यूज होंगे अपने जो असी उर्दू पढ़ते हैं। जीम सिंगल डॉट पेगा जी विच, जीम। मैं वही बार बार गल करें भी स्ट्रक्चर सेम ही होंगे तो नुकतियां के नाल ही वर्ड जो चेंज हो जाता है। जीम, चे, 3 नुकते, हे दे विच असीं जिहड़ा नुकता हैगा ए वाला जिवें इत्थे अंदर पैंदा है जीम दे विच, चे 'च 3 नुकते पै गए जी, खे दे 'च 1 नुकता पै जांदा है। सॉरी हे पा रहे आपां, हे दे 'च नुकता कोई नहीं पैंदा। हे दे खाली रहना जी, कोई नुकता नहीं पैंदा। जीम दे विच 1 नुकता, चे दे 'च 3 नुकते, हे दे 'च कोई नुकता नहीं पैंदा, खाली हुंदा है। ते खे दे विच इहदे जिहड़ा नुकता है यह इत्थे पै जांदा है। ठीक है जी। अगे दाल पाने आपां, दाल सिंपल दाल पाने, दाल के उपर यही दाल के उपर फिर बी पै जाती है। अगे जाल आ जाता है, ये पर नुकता पै जाता है। अगे असीं चलांगे रे, रे, अड़े, फिर जे, तो ये सीन ते शीन।
सीन शीन। देखो जी रे बड़ी सिंपल है, जमी सौखा रे। अड़े च की पैंदा है, ये पा के ਇਹਦੇ ਉੱਪਰ ਉਹੀ ਜਿਵੇਂ ਆਪਾਂ ਇੱਥੇ ਤੇਜ਼ ਪਾਉਂਦੇ ਹੁੰਦੇ ਆ, ਜਿਵੇਂ ਆਪਾਂ ਦਾਲ ਤੇ ਪਾਉਂਦੇ ਆ, ਉਹੀ ਵਰਡ ਇੱਥੇ ਪੈ ਜਾਂਦਾ ਸੇਮ, ਅੜੇ ਬਣ ਜਾਂਦਾ ਹੈ ਸੇ। ਉਹੀ ਵਰਡ ਫਿਰ ਪੈ ਗਿਆ, ਦੇਖੋ ਇਹੀ ਤਿੰਨੇ ਥਾਂ ਯੂਜ਼ ਹੋ ਰਿਹਾ, ਇੱਥੇ ਵੀ ਤੇ ਇੱਥੇ ਵੀ, ਇਹਦੇ ਉੱਪਰ ਨੁਕਤਾ ਪੈ ਗਿਆ ਇੱਕ, ਇਹ ਜੇ ਬਣ ਗਿਆ। ਫਿਰ ਇਹ ਉਹੀ ਵਰਡ ਫਿਰ ਹੈ, ਥੋੜਾ ਜਿਹਾ ਨੁਕਤਿਆਂ 'ਚ ਹੀ ਫਰਕ ਪੈਂਦਾ ਹੈ, ਠੀਕ ਹੈ ਜੀ। ਸੀਨ 'ਚ ਕੀ ਹੁੰਦਾ ਹੈ, ਇਹਦੇ ਨਾਲ ਕੋਈ ਨੁਕਤਾ ਨਹੀਂ ਪੈਂਦਾ ਸੀਨ ਦੇ ਨਾਲ। ਜੇ ਸ਼ੀਨ ਹੋਵੇ ਤਾਂ ਇਹੀ ਸੀਨ ਪਾ ਕੇ ਇਹਦੇ ਨਾਲ ਇਹ ਤਿੰਨ ਨੁਕਤੇ ਪੈ ਗਏ। ਮਤਲਬ ਮੈਂ ਕਿਹਾ ਵੀ ਸਾਰੀ ਜ਼ਿਆਦਾ ਖੇਡ ਨੁਕਤਿਆਂ ਦੀ ਹੈ। ਜਦੋਂ ਤੁਸੀਂ ਅੱਗੇ ਜਾਓਗੇ ਤਾਂ ਕਈ ਵਾਰੀ ਤੁਹਾਨੂੰ ਅਕਸ਼ਰ ਦਾ ਦਿਖਦਾ ਹੀ ਨਹੀਂ ਹੈਗਾ, ਇਕੱਲਾ ਨੁਕਤਾ ਹੀ ਨਜ਼ਰ ਆਉਂਦਾ ਹੈ। ਅਸੀਂ ਨੁਕਤਿਆਂ ਤੋਂ ਦੇਖ ਕੇ ਹੀ ਪ੍ਰਜ਼ਿਊਮ ਕਰਨਾ ਹੁੰਦਾ ਵੀ ਇਹ ਕਿਹੜਾ ਵਰਡ ਹੈ। ਅੱਗੇ ਚੱਲਦੇ ਅਸੀਂ ਸਵਾਦ। ਸਵਾਦ ਜਵਾਦ ਤੁਸੀਂ ਨਾਲ ਨਾਲ ਲਿਖ ਰਹੇ ਹੋ ਜੀ ਆਪਣੇ ਰਜਿਸਟਰ ਤੇ, ਹੈ ਜੀ? ਹਾਂਜੀ ਆਪਣੇ ਰਜਿਸਟਰ ਦੇ ਨਾਲ ਨਾਲ ਲਿਖ ਰਹੇ ਹੋ? ਲਿਖ ਰਿਹਾ ਜੀ। ਓਕੇ। ਇਹਦੀ ਯਾਰ ਪਤਾ ਕੀ ਹੈ, ਦੇਖੋ ਇਹ ਨਵੀਂ ਲੈਂਗੁਏਜ ਹੋਣ ਕਰਕੇ ਨਾ, ਇਹਨੂੰ ਜਿੰਨਾ ਕਿ ਮੈਂ ਪੜ੍ਹਾਉਣਾ, ਜੇ ਤੁਸੀਂ ਉਹਨੂੰ ਜ਼ਰੂਰ ਰਿਵਾਈਜ਼ ਕਰਨਾ ਹੈਗਾ ਤਾਂ ਹੀ ਇਹ ਗੱਲ ਬਣੇਗੀ, ਨਹੀਂ ਤਾਂ ਜੋ ਵੀ ਪੜ੍ਹੀ ਜਾਓਗੇ ਫਿਰ ਭੁੱਲ ਜਾਵਾਂਗੇ, ਠੀਕ ਹੈ। ਇਹਨੂੰ ਤੁਸੀਂ ਉਰੇ ਕਰਕੇ ਫਿਰ ਜਦੋਂ ਟਾਈਮ ਮਿਲਦਾ ਕਿਤੇ ਅੱਧਾ ਘੰਟਾ ਤੁਸੀਂ ਲਗਾ ਲਿਆ ਕਰੋ ਡੇਲੀ, ਤਾਂ ਆਪਾਂ ਸਕਸੈਸ ਹੋਏਗੇ ਇਹਦੇ ਵਿੱਚ। ਅੱਗੇ ਤੋਏ ਤੋਂ ਬਾਅਦ ਜੋਏ, ਜੋਏ ਤੋਂ ਬਾਅਦ ਐਨ ਤੇ ਗੈਨ। ਐਨ ਗੈਨ। ਦੇਖੋ ਜੀ ਸਵਾਦ ਨੂੰ ਕਿਵੇਂ ਲਿਖਦੇ ਹਾਂ ਅਸੀਂ? ਸਵਾਦ ਜਵਾਦ। ਸਵਾਦ ਤੇ ਜਵਾਦ 'ਚ ਕੋਈ ਫਰਕ ਨਹੀਂ, ਸਿਰਫ ਇੱਕ ਨੁਕਤੇ ਦਾ ਫਰਕ ਹੈ, ਠੀਕ ਹੈ ਜੀ। ਇਸ ਤਰ੍ਹਾਂ ਤੋਏ ਤੇ ਜੋਏ 'ਚ ਕੋਈ ਫਰਕ ਨਹੀਂ, ਇੱਕ ਨੁਕਤੇ ਦਾ ਫਰਕ ਹੈ, ਠੀਕ ਹੈ ਜੀ। ਐਨ ਤੇ ਗੈਨ 'ਚ ਵੀ ਕੋਈ ਫਰਕ ਨਹੀਂ, ਸਿਰਫ ਇੱਕ ਨੁਕਤੇ ਦਾ ਫਰਕ ਹੈ, ਠੀਕ ਹੈ ਜੀ। ਮਤਲਬ ਜੇ ਤੁਹਾਨੂੰ ਤਿੰਨ ਵਰਡ ਯਾਦ ਨੇ, ਤੁਹਾਨੂੰ ਪਤਾ ਲੱਗੇ ਸਵਾਦ ਕਿਵੇਂ ਪੈਣਾ ਹੈ, ਤੁਹਾਨੂੰ ਪਤਾ ਹੋਵੇ ਤੋਏ ਕਿਵੇਂ ਪੈਣਾ ਹੈ, ਤੁਹਾਨੂੰ ਪਤਾ ਹੋਵੇ ਐਨ ਕਿਵੇਂ ਪੈਣਾ ਹੈ, ਤੁਹਾਡਾ ਦੂਜਾ ਵਰਡ ਤਾਂ ਆਪਣੇ ਆਪ ਯਾਦ ਆ ਜਾਂਦਾ ਹੈ। ਸਵਾਦ ਜਵਾਦ ਤੋਏ ਜੋਏ ਐਨ ਗੈਨ। ਅੱਗੇ ਚਲਿਏ ਜੀ। ਫੇ ਕਾਫ क्वाफ काफ गाफ लाम मीम। देखो जी फे किवें पाने असीं, वेरी सिंपल है। ये फे जी कॉफ क्या है, माइक बंद कर लो, माइक। काफ पे पने जी एक काफ पैंदा जिदा। गाफ की है सेम, काफ वाला वर्डिंग
ਸੇਮ ਗਾਫ ਜੀ, 2 ਇਹਦੇ ਡੰਡੀ 1, ਇੱਥੇ ਡੰਡੀਆਂ 2 ਗਾਫ। ਲਾਮ ਕੇ ਪਾਉਂਦੇ ਆ ਜੀ, ਲਾਮ ਆਪਾਂ ਸਿੰਪਲ ਬਿਲਕੁਲ ਇਦਾਂ ਦੇਖੋ ਲਾਮ ਆਏਗੀ। ਮੀਮ ਕੀ ਹੈ, ਮੀਮ ਨੂੰ ਇੱਥੋਂ ਐ ਘੁਮਾ ਕੇ ਇਹ ਏਦਾਂ ਪਾ ਦਾਂਗੇ, ਇਹ ਮੀਮ ਬਣ ਜਾਂਦੀ ਹੈ। ਠੀਕ ਹੈ ਜੀ, ਚਲੋ ਨੂਨ बॉ। माइक बंद कर लो जी, किसका माइक खुला है? माइक देखो प्लीज, किधर खुला है जी? माइक बंद कर लो अपना। मैं माइक बंद कर रहा हूं। मजीदा हाँ जी सर। हाँ जी, हाँ जी हो गया जी। 1 मिनट जी, माइक ऑन है। वॉ जी, अगे नून तो बाद वॉ, वॉ तो बाद हे, हमजा, छोटी जे बहुत यूज होएगी जी बार बार तुहाडे सारे उर्दू दे विच। छोटी जे ते वड्डी जे इहदी बहुत महत्ता है जी। ये अलग अलग आवाज़ां दी आंदियां ने, अलग अलग इहदे नाल नुक्ते लग के। छोटी जे ते वड्डी जे, ये दोनों नूं बड़ा ध्यान नाल तुसीं देखदे रहो, इहदी प्रैक्टिस भी करदे रहो। देखो जी, नून कि पाने असी, नून पा के बिंदी पा दा, नुकता पा दाने। बहुत सिंपल है पैंदा जी। हे किवें पैंदा है, ये इदां पैंदा जी। हमजा छोटी जे, ठीक है जी। वड्डी जे की है, ये इदां पैंदी जी, वड्डी जे। अज मैं चाहांगा भी इसी की प्रैक्टिस होवे, तुसीं सारे इहनूं 2-3 बार अपना लिख के देखो। ठीक है जी। अगे असीं चलांगे फिर इहदी इराब, सुरमात्रा। कल असीं सुरमात्रा करांगे जी। इहदी अज दा लैक्चर हैगा मैं इत्थे खत्म करना चाहांगा। जे किसी का कोई क्वेश्चन है, माइक ऑन कर दो जी, कोई क्वेश्चन है कर सकता है जी। हेलो। हाँ जी, हाँ जी। Definition of question of title. क्वेश्चन ऑफ टाइटल। जी जी। हाँ जी, इस की पूछना चाहेंगे कि क्वेश्चन ऑफ टाइटल की इंग्लिश डेफिनेशन लिखा दीजिए। मालकी दा कोई झगड़ा, क्वेश्चन ऑफ टाइटल, कोई क्वेश्चन है टाइटल संबंधी। टाइटल मतलब मालकी, क्वेश्चन ऑफ टाइटल, टाइटल मतलब मालकी। क्वेश्चन, कोई क्वेश्चन है, एक पार्टी कहते नहीं मैं मालिक हां, दूसरी पार्टी कहते मैं मालिक हां। एक पार्टी कहते मेरा चौथा हिस्सा है, दूसरी पार्टी कहते तेरा दा तीजा हिस्सा है। कोई क्वेश्चन अराइज होया है खेड दे विच, ओनरशिप नूं लैके, मालकी नूं लैके कोई क्वेश्चन अराइज होया है। ठीक है, उन्होंने असीं मालकी का झगड़ा कहांगे। जब मालकी का झगड़ा ही अजे पेंडिंग है तो असीं तकसीम करना तो कोई महीना रह नहीं जाता। पार्टियां दे विच शेयर नूं लैके कोई डिस्प्यूट है, वो कहना मेरा वध शेयर है, वो कहना मेरा घट शेयर है, मेरा दूजा पार्टी का तेरा घट शेयर है। जो कोई पार्टियां दे शेयरिंग की गल डिसाइड नहीं होया, डिसीजन नहीं होया, तो फिर वो पार्टीशन जो मौजूदा रिकॉर्ड है, मौजूदा रिकॉर्ड के मान लो 1/4 शेयर है 4 बंदियां दा। एक पार्टी कहती नहीं तेरा तो 1/8 शेयर है, दूसरी पार्टी कहती नहीं मेरा 1/4 शेयर है। वो कहते तेरा शेयर तो मेरे को आ गया, विरासत होगी, विरासत होके जो तेरा बापू का शेयर सीगा वो मैंने 2 हिस्से मिल गया, तेन 1/3 मिले, मैंने 2/3 मिले। ठीक है,
ਬਾਪੂ ਦੀ ਵਸੀਅਤ ਸੀ ਉਹ ਚੈਲੰਜ ਹੋ ਗਈ, ਉਹ ਕੋਰਟ ਪੈਂਡਿੰਗ ਹੈ। ਮਤਲਬ ਸ਼ੇਅਰ ਨੂੰ ਲੈ ਕੇ ਪਾਰਟੀਆਂ ਦੇ ਵਿੱਚ ਜੋ ਕੋਈ ਡਿਸਪਿਊਟ ਚੱਲਦਾ ਹੈ ਉਹਨੂੰ ਆਪਾਂ ਕੁਐਸਚਨ ਕਰਦੇ ਹਾਂ, ਕਹਿੰਦਾ ਨੇ ਵੀ ਇਹ ਕੁਐਸਚਨ ਹੈ। ਜਦੋਂ ਤੱਕ ਇਹ ਕੁਐਸਚਨ ਡਿਸਾਈਡ ਨਹੀਂ ਹੋ ਜਾਂਦਾ ਉਦੋਂ ਤੱਕ ਪਾਰਟੀਸ਼ਨ ਕਰਨ ਦਾ ਕੋਈ ਮਤਲਬ ਮਾਇਨਾ ਰਹਿ ਨਹੀਂ ਜਾਂਦਾ। ਜਦੋਂ ਪਾਰਟੀਆਂ ਦੇ ਜਿਹੜੇ ਸ਼ੇਅਰਿੰਗ ਨੇ, ਹਿੱਸੇ ਨੇ, ਜਦੋਂ ਉਹ ਕਲੀਅਰ ਹੋਣ ਰਿਕਾਰਡ ਦੇ ਉੱਪਰ, ਰੈਵਨਿਊ ਰਿਕਾਰਡ ਦੇ ਉੱਪਰ, ਤਦ ਹੀ ਪਾਰਟੀਸ਼ਨ ਕੀਤੀ ਜਾਣੀ ਚਾਹੀਦੀ ਹੈ। ਠੀਕ ਹੈ ਜੀ, ਕਲੀਅਰ ਹੈ ਸਰ? ਉਰਦੂ ਦਾ ਲੈਕਚਰ ਇੰਨਾ ਹੀ ਹੈ ਜੀ? ਉਰਦੂ ਦਾ ਦੇਖੋ ਇਹ ਬੇਸਿਕ ਹੈਗਾ, ਠੀਕ ਹੈ। ਇਹ ਆਪਾਂ ਪਹਿਲਾਂ ਵੀ ਕਰਿਆ ਸੀਗਾ। ਮੈਂ ਕਹਿਣਾ ਕਿ ਤੁਸੀਂ ਇਹ ਭੁੱਲ, ਕਈ ਬੰਦਿਆਂ ਨੂੰ ਤਾਂ ਦੇਖੋ ਇਹਦੇ ਬਾਰੇ ਸਾਰੀ ਜਾਣਕਾਰੀ ਹੈਗੀ ਜਿਹਨਾਂ ਨੇ ਪਹਿਲਾਂ ਪੇਪਰ ਦਿੱਤੇ ਹੈ, ਕਈਆਂ ਨੇ ਨਹੀਂ ਦਿੱਤੇ ਜਾਂ ਅਪੀਅਰ ਵੀ ਨਹੀਂ ਹੋਏ ਕਈ ਵਾਰ ਪੇਪਰ ਦੇ ਵਿੱਚ। ਇਸ ਕਰਕੇ ਮੈਂ ਚਾਹਾਂਗਾ ਵੀ ਪਹਿਲਾਂ ਇਸ ਨੂੰ ਦੁਬਾਰਾ ਅਸੀਂ ਅੱਗੇ ਜ਼ਿਆਦਾ ਨਾ ਵਧਦੇ ਹੋਏ ਇਹਨੂੰ ਬੇਸਿਕ ਜਿਹੜੀ ਸਟੱਡੀ ਹੈਗੀ ਹੈ, ਇਹ ਬੇਸਿਕ ਨੂੰ ਧਿਆਨ 'ਚ ਰੱਖਦੇ ਹੋਏ ਕੱਲ ਮੈਂ ਕਰਾਵਾਂਗਾ। ਇਹ ਤਾਂ ਸਾਰਾ ਮਤਲਬ ਕਿ ਹਰੂਫ ਤਸਦੀਦ ਹੋ ਗਿਆ। ਕੱਲ ਮੈਂ ਕਰਾਵਾਂਗਾ ਰਾਬ ਕੀ ਸੁਰਮਤਰਾ, ਬਿਹਾਰੀ ਕਿਵੇਂ ਲੱਗਦੀ ਹੈ, ਸਿਹਾਰੀ ਕਿਵੇਂ ਲੱਗਦੀ ਹੈ, ਕੰਨਾ ਕਿਵੇਂ ਲੱਗਦਾ ਹੈ, ਔਂਕੜ ਕਿਵੇਂ ਲੱਗਦਾ ਹੈ, ਦਲੌਂਕੜ ਕਿਵੇਂ ਲੱਗਦਾ ਹੈ, ਹੋੜਾ ਕਿਵੇਂ, ਘਨੋੜਾ ਕਿਵੇਂ, ਬਿੰਦੀ ਟਿੱਪੀ, ਕੱਲ ਨੂੰ ਮੈਂ ਇਹ ਸਾਰੇ ਕਰਵਾਵਾਂਗਾ। ਠੀਕ ਹੈ ਜੀ, ਕੋਸ਼ਿਸ਼ ਹੋਵੇ ਜੇ ਤੁਸੀਂ ਆਪਦੇ ਕੋਲੋਂ ਪਹਿਲਾਂ ਕਰਕੇ ਹੋ ਜਾਂ ਜ਼ਿਆਦਾ ਬੈਠ ਤਾਂ ਜਲਦੀ ਸਮਝ ਆ ਜਾਂਦਾ। ਇਸ ਕਰਕੇ ਜਦੋਂ ਆਪਾਂ ਨੂੰ ਹਰੂਫ ਤਸਦੀਦ ਤੇ ਇਰਾਬ ਬਾਰੇ ਜਾਣਕਾਰੀ ਹੋਗੀ ਤਾਂ ਸਾਨੂੰ ਉਰਦੂ ਪੜ੍ਹਨ 'ਚ ਕੋਈ ਦਿੱਕਤ ਨਹੀਂ ਆਉਂਦੀ। ਫਿਰ ਅੱਖਰਾਂ ਨੂੰ ਜੋੜਨ ਦੀ ਗੱਲ ਕਰਾਂਗੇ, ਅੱਖਰ ਕਿਵੇਂ ਜੋੜਦੇ ਨੇ। ਜਦੋਂ ਦੋ ਅੱਖਰ, ਵੱਡਾ ਛੋਟਾ ਅੱਖਰ ਜਿਹੜਾ ਹੈਗਾ ਜਦੋਂ ਜੋੜਦੇ ਤਾਂ ਛੋਟਾ ਰਹਿ ਜਾਂਦਾ, ਕੋਈ ਆਪਣੀ ਸ਼ੇਪ ਚੇਂਜ ਕਰ ਲੈਂਦਾ। ਠੀਕ ਹੈ ਜੀ, ਅੱਜ ਦਾ ਜਿਹੜਾ ਲੈਕਚਰ ਇੱਥੇ ਖਤਮ ਕਰਦਾ ਜੀ। ਥੈਂਕ ਯੂ ਵੈਰੀ ਮਚ।